कबीर लूटना है तां लूट लै, राम नाम है लूट, फिर पछ है पछताहोगे, प्राण जाहेंगे छूट। ਦਾਤਾਰ ਕਹਿੰਦੇ ਨੇ ਵੀ ਸਾਡੇ ਕੋਲ ਜੇ ਜ਼ਿੰਦਗੀ ਦੇ ਵਿੱਚ ਸਮਾਂ ਹੈ ਤੇ ਇਸ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਕੇ ਤੂੰ ਮਾਲਕ ਦੇ ਨਾਮ ਨੂੰ ਇਕੱਠਾ ਕਰ। ਇੱਕ ਚੀਜ਼ ਹੁੰਦੀ ਹੈ ਲੁੱਟਣਾ ਤੇ ਇੱਕ ਚੀਜ਼ ਹੁੰਦਾ ਹੈ ਲੁਟਾਉਣਾ। ਲੁਟਾਉਣ ਦਾ ਮਤਲਬ ਹੁੰਦਾ ਹੈ ਵੰਡ ਦੇਣਾ, ਲੁੱਟਣ ਦਾ ਮਤਲਬ ਹੈ ਉਹਨੂੰ ਆਪਣੇ ਲਈ ਇਕੱਠਾ ਕਰਨਾ। ਸ਼ਬਦ ਇਸ ਪਾਸੇ ਤੋਂ ਬਾਬਾ ਕਬੀਰ ਸਾਹਿਬ ਨੇ ਵਰਤਿਆ ਹੈ ਵੀ ਭਾਈ ਕੋਸ਼ਿਸ਼ ਕਰ, ਜਿੰਨਾ ਸਮਾਂ ਤੇਰੇ ਕੋਲੋਂ ਹੁਣ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਤੇ ਇਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ। ਨਹੀਂ ਤੇ ਇੱਦਾਂ ਵੀ ਹੋਵੇਗਾ ਵੀ ਇੱਕ ਦਿਨ ਤੇਰੇ ਕੋਲ ਸਿਰਫ ਤੇ ਸਿਰਫ ਪਛਤਾਵਾ ਰਹਿ ਜਾਵੇਗਾ, ਹੋਰ ਕੁਝ ਵੀ ਨਹੀਂ ਰਹਿ ਜਾਵੇਗਾ। ਫਿਰ ਪਛ ਹੈ ਪਛਤਾਹੋਗੇ, ਜੋ ਪ੍ਰਾਣ ਜਾਹੇਂਗੇ ਛੂਟ। ਜਦੋਂ ਪ੍ਰਾਣ ਹੀ ਛੁੱਟ ਗਏ ਤੇ ਫਿਰ ਪਿੱਛੇ ਪਛਤਾਵਾ ਹੀ ਹੈ, ਕਿਉਂਕਿ ਪ੍ਰਾਣਾਂ ਦੇ ਨਾਲ, ਸਾਹਾਂ ਦੇ ਨਾਲ ਇੱਕ ਕਰਮ ਭੂਮੀ ਦਾ ਸਾਡਾ ਪ੍ਰਬੰਧ ਚੱਲਦਾ ਹੈ। ਅਸੀਂ ਪਹਿਲਾਂ ਇਹਨੂੰ ਥੋੜ੍ਹਾ ਜਿਹਾ ਸਮਝ ਲਈਏ। ਦਾਤਾਰ ਕਹਿੰਦੇ ਨੇ ਕਿ ਅਸਲ ਦੇ ਵਿੱਚ ਲੁੱਟਿਆ ਉਸ ਚੀਜ਼ ਨੂੰ ਜਾਂਦਾ ਹੈ ਜਿਹੜੀ ਬੜੇ ਵੱਡੇ ਪੱਧਰ ਦੇ ਉੱਤੇ ਨਾ ਵੰਡੀ ਜਾ ਰਹੀ ਹੋਵੇ। ਵੀ ਹਾਂ ਬਹੁਤ ਜ਼ਿਆਦਾ ਵੰਡੀ ਜਾ ਰਹੀ ਸੀ ਕੋਈ ਚੀਜ਼, ਤੇ ਉਸ ਚੀਜ਼ ਨੂੰ ਲੈਣ ਦੀ ਖਾਤਰ ਬੜੇ ਜਾਣੇ ਇਸ ਦੌੜ ਦੇ ਵਿੱਚ ਲੱਗ ਗਏ ਵੀ ਮੇਰੇ ਹਿੱਸੇ ਕੁਝ ਆ ਜਾਵੇ, ਮੇਰੇ ਹਿੱਸੇ ਕੁਝ ਆ ਜਾਵੇ। ਪਹਿਲੀ ਗੱਲ ਤੇ ਇਹ ਹੈ, ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸੂਖਮ ਹੈ। ਸੂਖਮ ਦਾ ਮਤਲਬ ਉਹ ਹੁੰਦਾ ਹੈ ਜਿਹੜਾ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ, ਈਵਨ ਕਿ ਜਿਹੜਾ ਇਹਨਾਂ ਬੋਲਾਂ ਦਾ ਵੀ ਸੰਬੰਧ ਨਹੀਂ। ਇੱਦਾਂ ਕਹਿ ਲਈਏ ਵੀ ਬੋਲ ਕੇ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ, ਪਰ ਉਹ ਇੱਦਾਂ ਦਾ ਵੀ ਨਹੀਂ ਵੀ ਮੈਂ ਕਹਾਂ ਕਿ ਬੋਲਾਂ ਦੇ ਵਿੱਚ ਹੀ ਹੈ ਸਾਰਾ। ਬੋਲਾਂ ਤੋਂ ਬਾਹਰ ਵੀ ਬਹੁਤ ਹੈ। ਬੜੀਆਂ ਚੀਜ਼ਾਂ ਪਕੜ ਦੇ ਵਿੱਚ ਨੇ। ਪੈਸਾ ਪਕੜ ਦੇ ਵਿੱਚ ਹੈ। ਸਾਡੇ ਹੱਥ ਦੇ ਵਿੱਚ ਨੋਟ ਆ ਗਿਆ, ਸਾਨੂੰ ਪਤਾ ਲੱਗ ਗਿਆ ਵੀ ਕਾਹਦਾ ਹੈ। ਤੇ ਨਾਮ ਦਾ ਧਨ ਸਾਡੇ ਪੱਲੇ ਵੀ ਹੋਵੇ ਤੇ ਸਾਡੇ ਕੋਲ ਬਹੁਤੀ ਵਾਰ, ਵੈਸੇ ਤੇ ਇਹ ਹੈ ਤੇ ਰਿਅਲਾਈਜ਼ ਕਰਨ ਦਾ ਇਹ ਵਿਸ਼ਾ ਹੈ ਵੀ ਜਿੰਨਾ ਜਿੰਨਾ ਕਿਸੇ ਨੂੰ ਅਨੁਭਵ ਹੈ ਉਹਨਾਂ ਉਹਨੂੰ ਪਤਾ ਹੈ ਵੀ ਇਹ ਚੀਜ਼ ਮੇਰੇ ਕੋਲ ਹੈ। ਤੇ ਜਿਹਦੇ ਕੋਲ ਇਹ ਹੈ ਹੀ ਨਹੀਂ ਹੈ ਉਹਦੇ ਕੋਲ ਸਿਰਫ ਇਹਦੇ ਬਾਰੇ ਸਵਾਲ ਹੀ ਨੇ ਵੀ ਇਹ ਕਿੱਦਾਂ ਦਾ ਹੁੰਦਾ ਹੈ, ਕੀ ਹੋਵੇਗਾ, ਕੀ ਨਹੀਂ ਹੈ। ਉਹਦੇ ਕੋਲ ਸਿਰਫ ਸਵਾਲ ਨੇ। ਇਹ ਬਿਲਕੁਲ ਆਮ ਜੀ ਦੁਨੀਆ ਵਾਲੀ ਗੱਲ ਹੈ ਵੀ ਜਿਹਦੇ ਕੋਲ ਪੈਸਾ ਨਹੀਂ ਹੈ ਉਹਨੂੰ ਸਿਰਫ ਪੈਸੇ ਦੇ ਬਾਰੇ ਸਵਾਲ ਹੀ ਪਤਾ ਨੇ। ਜਿਹਦੇ ਕੋਲ ਪੈਸਾ ਹੈ ਉਹਨੂੰ ਸਵਾਲ ਥੋੜ੍ਹਾ ਕਰਨ ਦੀ ਲੋੜ ਹੈ ਵੀ 100 ਦਾ ਨੋਟ ਕਿਵੇਂ ਦਾ ਹੁੰਦਾ। ਅਸੀਂ ਵੇਖਿਆ ਹੀ, ਹੁਣ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਕਿਸੇ ਨੂੰ। ਅਸਲ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜੇਤਾ ਕੀਤਾ ਤੇਤਾ ਨਾਉ। ਜਿੰਨਾ ਕੁਝ ਵੀ ਮਾਲਕ ਨੇ ਪੈਦਾ ਕੀਤਾ ਹੈ ਹਰ ਇੱਕ ਥਾਂ 'ਤੇ ਮਾਲਕ ਦਾ ਨਾਮ ਹੈ। ਔਰ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਾਪ ਕਰਦੇ ਜੇ। ਇੱਕ ਚੀਜ਼ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ ਕੀਤੀ ਗਈ ਹੈ ਤੇ ਉਹ ਗੱਲ ਕੀਤੀ ਗਈ ਹੈ ਨਾਮ ਦੀ। ਤੇ ਆਪ ਜੀ ਇਸ ਗੱਲ ਨੂੰ ਵੀ ਜਾਣਦੇ ਜੇ। ਸਾਡਾ ਸਵਾਲ ਫਿਰ ਉੱਥੇ ਹੀ ਆ ਕੇ ਮੁੱਕ ਜਾਂਦਾ ਹੈ ਵੀ ਇੰਨੀ ਵਾਰ ਗੱਲ ਮਾਲਕ ਨੇ ਨਾਮ ਦੀ ਕੀਤੀ ਹੈ, ਵੀ ਇੰਨੀ ਵਾਰ ਲਗਭਗ ਹਰ ਇੱਕ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਾਮ ਦੀ ਗੱਲ ਕੀਤੀ ਗਈ ਹੈ। ਤੇ ਫਿਰ ਵੀ ਇੰਝ ਲੱਗਦਾ ਕਿ ਜਿੱਦਾਂ ਨਾਮ ਦੇ ਬਾਰੇ ਸਾਨੂੰ ਸਮਝ ਘੱਟ ਹੈ, ਵੀ ਨਾਮ ਦੇ ਬਾਰੇ ਸਾਨੂੰ ਪਤਾ ਹੀ ਨਹੀਂ। ਹੁਣ ਇੱਕ ਤੇ ਗੱਲ ਇਹ ਹੈ ਵੀ 1430 ਅੰਗਾਂ ਦੇ ਉੱਤੇ ਜੇ ਨਾਮ ਦੀ ਗੱਲ ਕੀਤੀ ਗਈ ਹੈ ਤੇ ਅਸੀਂ ਕਹਿ ਦਈਏ ਵੀ ਨਾਮ ਦੇ ਬਾਰੇ ਸਾਨੂੰ ਸਮਝ ਨਹੀਂ ਹੈ, ਇਹਦਾ ਮਤਲਬ ਜਾਂ ਤੇ ਸਮਝਿਆ ਉਹਨੂੰ ਧਿਆਨ ਦੇ ਨਾਲ ਨਹੀਂ ਗਿਆ, ਤੇ ਜਾਂ ਫਿਰ ਜਿੱਦਾਂ ਅਸੀਂ ਸਮਝਣਾ ਚਾਹੁੰਦੇ ਹਾਂ ਉਹਦਾ ਨਾਮ ਸਮਝ ਨਹੀਂ ਆਉਂਦਾ। ਜਿਹੜਾ ਸਾਡਾ ਤਰੀਕਾ ਹੈ ਨਾਮ ਨੂੰ ਸਮਝਣ ਦਾ ਉਹ ਉੱਦਾਂ ਦਾ ਹੈ ਹੀ ਨਹੀਂ ਹੈ। ਔਰ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਹੈ ਇਹ ਵਿਸ਼ਾ ਥੋੜ੍ਹਾ ਜਿਹਾ ਔਖਾ ਹੋਵੇਗਾ, ਪਰ ਇਹਨੂੰ ਪਕੜ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨਾ, ਫਿਰ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਹੋ ਜਾਵੇਗਾ। ਸੂਖਮ ਹੈ ਨਾਮ। ਮਰਦ ਕਹਿੰਦੇ ਨੇ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਥਾਲ ਦੇ ਵਾਂਗ ਹੈ। ਹੁਣ ਉਹਦੇ ਵਿੱਚ ਕੀ ਪਿਆ ਹੋਇਆ ਹੈ?
ਤਿੰਨ ਚੀਜ਼ਾਂ ਪਈਆਂ ਹੋਈਆਂ ਨੇ। ਇੱਕ ਪਿਆ ਹੋਇਆ ਹੈ ਸਤ, ਉੱਚਾ ਆਚਰਣ, ਸੰਤੋਖ, ਸਿਦਕ, ਵਿਚਾਰ, ਸ਼ਬਦ ਦੀ ਵਿਚਾਰ ਇਹਦੇ ਅੰਦਰ ਪਈ ਹੋਈ ਹੈ। ਮਤਲਬ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇੜੇ ਹੁੰਦਾ ਹੈ, ਆਹ ਤਿੰਨ ਚੀਜ਼ਾਂ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ ਨੇ ਤੇ ਆਉਣੀਆਂ ਚਾਹੀਦੀਆਂ ਵੀ ਨੇ। ਪਰ ਇਹ ਤਿੰਨ ਚੀਜ਼ਾਂ ਕਿਹਦੇ ਆਸਰੇ ਖੜੀਆਂ ਰਹਿੰਦੀਆਂ ਨੇ? ਅਸੀਂ ਜਦੋਂ ਵੇਖਦੇ ਹਾਂ ਵੀ ਥਾਲ ਚੁੱਕੀਏ ਤੇ ਥਾਲ ਦੇ ਵਿੱਚ 2-3 ਕੌਲੀਆਂ ਪਈਆਂ ਹੋਈਆਂ ਨੇ, ਪਰ ਥਾਲ ਨੂੰ ਚੁੱਕਿਆ ਕਦੇ ਨਾ ਜਾਵੇਗਾ ਹੱਥ ਦੇ ਆਸਰੇ ਦੇ ਨਾਲ। ਰੱਖਿਆ ਕਿੱਥੇ ਜਾਵੇਗਾ? ਥਾਲ ਫਰਸ਼ ਦੇ ਆਸਰੇ ਦੇ ਉੱਤੇ। ਉਹਨੂੰ ਕੋਈ ਬੇਸ ਚਾਹੀਦਾ ਹੈ, ਥਾਲ ਤੇ ਹੈ। ਹੁਣ ਗੁਰੂ ਸਾਹਿਬ ਕੀ ਕਹਿੰਦੇ ਨੇ? ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਇਸ ਥਾਲ ਦੇ ਵਿੱਚ ਆ ਜਿਹੜੀਆਂ ਤਿੰਨ ਚੀਜ਼ਾਂ ਪਈਆਂ ਨੇ ਨਾ, ਆਪਾਂ ਕਰੈਕਟਰ ਦੀ ਗੱਲ ਕਰ ਲਈਏ, ਆਪਾਂ ਸਿਦਕ ਦੀ ਗੱਲ ਕਰ ਲਈਏ, ਜਾਂ ਅਸੀਂ ਕਰ ਲਈਏ ਵਿਚਾਰ ਦੀ ਗੱਲ, ਇਹਦਾ ਬੇਸ ਜਿਹੜਾ ਹੈ ਨਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਇਹਦਾ ਮਤਲਬ ਹੈ ਜਿੰਨਾ ਜਿੰਨਾ ਜ਼ਿੰਦਗੀ ਦੇ ਵਿੱਚ ਸੰਤੋਖ ਆ ਗਿਆ ਹੈ, ਜਿੰਨਾ ਜਿੰਨਾ ਜ਼ਿੰਦਗੀ ਦੇ ਵਿੱਚ ਮਾਲਕ ਦੇ ਸ਼ਬਦ ਦੀ ਵਿਚਾਰ ਕਰਨ ਦੀ ਦਾਤ ਆ ਗਈ ਹੈ ਵੀ ਇਹ ਚੀਜ਼ ਚੰਗੀ ਲੱਗਣ ਲੱਗ ਪਈ ਹੈ, ਤੇ ਜਾਂ ਜਿੰਨਾ ਜਿੰਨਾ ਆਚਰਣ ਉੱਚਾ ਬਣਾਉਣ ਦੇ ਵੱਲ ਤੁਰਦੇ ਪਏ ਹਾਂ, ਸਮਝ ਲਓ ਉਨੀ ਨਾਮ ਦੇ ਬਾਰੇ ਸਮਝ ਆਉਣ ਲੱਗ ਪਈ ਹੈ। ਇਹ ਨਹੀਂ ਕਹਿ ਸਕਦੇ ਵੀ ਪੂਰਾ ਸਮਝ ਆ ਗਿਆ, ਪਰ ਇਹ ਦਿਮਾਗੀ ਵਿਸ਼ਾ ਨਹੀਂ ਹੈ, ਇਹ ਦਿਲ ਦੇ ਨਾਲ ਚੱਲਣ ਵਾਲੀ ਗੱਲ ਹੈ। ਬਾਬਾ ਕਬੀਰ ਕਹਿੰਦੇ ਨੇ ਵੀ ਤੇਰੇ ਕੋਲ ਸਮਾਂ ਹੈ ਤੇ ਤੂੰ ਇਹਨੂੰ ਇਕੱਠਾ ਕਿਉਂ ਨਹੀਂ ਕਰਦਾ? ਤੇ ਆਪਾਂ ਇਸ ਗੱਲ ਨੂੰ ਸਮਝ ਲਈਏ। ਵੇਖੋ, ਇਹਨਾਂ ਚੀਜ਼ਾਂ ਨੂੰ ਕਹਿ ਦੇਣਾ ਬੜਾ ਸੌਖਾ ਹੁੰਦਾ ਜੇ, ਪਰ ਬਾਬਾ ਫਰੀਦ ਪਤਾ ਕੀ ਕਹਿੰਦੇ ਨੇ? ਅਸਲ ਦੇ ਵਿੱਚ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ, ਹਰ ਚੀਜ਼ ਦਾ ਸਮਾਂ ਹੁੰਦਾ ਹੈ। ਅਸੀਂ ਪੜ੍ਹਾਈਆਂ ਲਈ ਸਮੇਂ ਰੱਖੇ ਹੋਏ ਨੇ ਵੀ ਇਸ ਸਾਲ ਦੇ ਵਿੱਚ ਬੱਚੇ ਨੂੰ ਪੜ੍ਹਾਉਣਾ ਹੈ ਤੇ ਇੱਥੋਂ ਤੱਕ ਪੜ੍ਹੇਗਾ। ਪੜ੍ਹਾਈ ਸਾਰੀ ਜ਼ਿੰਦਗੀ ਕੀਤੀ ਜਾ ਸਕਦੀ ਹੈ, ਪਰ ਫਿਰ ਵੀ ਅਸੀਂ ਸਮਾਂ ਦਿੱਤਾ ਹੋਇਆ ਹੈ। ਕਾਰੋਬਾਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਵੇਲੇ ਕੀਤਾ ਜਾ ਸਕਦਾ, ਪਰ ਫਿਰ ਵੀ ਅਸੀਂ ਟਾਈਮ ਫਿਕਸ ਕੀਤਾ ਹੋਇਆ ਵੀ ਬੰਦਾ ਲਗਭਗ 20-22 ਸਾਲ ਤੱਕ ਪੜ੍ਹ ਲਵੇ, 25 ਸਾਲ ਤੱਕ ਪੜ੍ਹ ਲਵੇ, ਤੇ ਫਿਰ 25 ਤੋਂ ਲਗਭਗ 60 ਦੇ ਤੱਕ ਜਿਹੜਾ ਹੈ ਉਹ ਆਪਣਾ ਕਾਰੋਬਾਰ ਕਰ ਲਵੇ। ਕਾਰੋਬਾਰ 60 ਤੋਂ ਬਾਅਦ 'ਚ ਵੀ ਹੋ ਸਕਦੇ ਨੇ, ਲੋਕ ਕਰਦੇ ਵੀ ਨੇ, ਪਰ ਆਮ ਅਸੀਂ ਉਮਰ ਇੱਕ ਨਿਸ਼ਚਿਤ ਕਰ ਦਿੱਤੀ ਵੀ ਇਸ ਕੰਮ ਲਈ ਉਮਰ ਸਾਡੀ ਆਹ ਹੈ, ਪੜ੍ਹਨ ਦੇ ਲਈ ਉਮਰ ਸਾਡੀ ਆਹ ਹੈ। ਪਰ ਸਾਡਾ ਧਾਰਮਿਕ ਜ਼ਿੰਦਗੀ ਦਾ ਹਾਲ ਲਗਭਗ ਇਹ ਹੈ ਵੀ ਜਦੋਂ ਅਸੀਂ ਸਾਰੀ ਜ਼ਿੰਦਗੀ ਤੋਂ ਹਾਰ ਜਾਂਦੇ ਹਾਂ ਨਾ, ਫਿਰ ਸਾਡੇ ਕੋਲੋਂ ਕੋਈ ਅਲਟਰਨੇਟਿਵ ਬਚਦਾ ਨਹੀਂ ਹੈ, ਤੇ ਫਿਰ ਅਸੀਂ ਸੋਚਦੇ ਹਾਂ ਵੀ ਹੁਣ ਸਾਨੂੰ ਧਾਰਮਿਕ ਜ਼ਿੰਦਗੀ ਵੱਲ ਆਉਣਾ ਚਾਹੀਦਾ। ਫਿਰ ਸਾਨੂੰ ਲੱਗਦਾ ਵੀ ਬਾਕੀ ਆਸਰੇ ਜਿਹੜੇ ਨੇ ਨਾ ਉਹ ਘਟਦੇ ਜਾਂਦੇ ਨੇ, ਤੇ ਹੁਣ ਇਸ ਚੀਜ਼ ਦਾ ਆਸਰਾ ਲੈ ਲਓ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੋਲਿਆ ਹੈ, ਸੰਗ ਸਖਾ ਸਭ ਤਜ ਗਏ, ਕੋਊ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਤੇਕ ਏਕ ਰਘੁਨਾਥ। ਉਹ ਠੀਕ ਹੈ, ਕਈਆਂ ਦਾ ਫਿਰ ਵੀ ਨਹੀਂ ਧਿਆਨ ਆਉਂਦਾ, ਪਰ ਫਿਰ ਬੰਦੇ ਨੂੰ ਲੱਗਦਾ ਵੀ ਨਹੀਂ, ਤੁਰਨਾ ਚਾਹੀਦਾ ਹੈ ਇਸ ਪਾਸੇ। ਬੰਦਾ ਪਹਿਲਾਂ ਨਹੀਂ ਸੰਭਾਲਦਾ ਇਸ ਗੱਲ ਨੂੰ। ਵੈਸੇ ਸਾਡੀ ਵਿੱਦਿਆ, ਸਾਡੇ ਘਰਾਂ ਦਾ ਕਲਚਰ ਇੱਦਾਂ ਦਾ ਹੋ ਹੀ ਨਹੀਂ ਪਾਇਆ ਵੀ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਦੀ ਪੜ੍ਹਾਈ ਦੇ ਸਕੀਏ। ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਤਾਂ ਚਲੋ ਅਸੀਂ ਵੀ ਇਹਦੇ ਵਿੱਚ ਹੀ ਆ ਜਾਂਦੇ ਹਾਂ, ਪਤਾ ਨਹੀਂ ਰੱਬ ਨੇ ਕਿੱਦਾਂ ਥੋੜ੍ਹੀ ਜਿਹੀ ਮੱਤ ਦੇ ਦਿੱਤੀ ਵੀ ਇਹਨੂੰ ਸ਼ਬਦ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਨਹੀਂ ਤਾਂ ਵੇਖੋ, ਉਹਨਾਂ ਦੇ ਲਈ ਆਤਮਿਕ ਜੀਵਨ ਦੀਆਂ ਗੱਲਾਂ ਕੀ ਨੇ? ਉਹਨਾਂ ਨੂੰ ਲੱਗਦਾ ਵੀ ਇਹ ਤਾਂ ਐਵੇਂ ਵਿਹਲਿਆਂ ਜਿਹਾਂ ਦਾ ਕੰਮ ਹੈ ਆਤਮਿਕ ਜੀਵਨ ਦੇ ਬਾਰੇ ਗੱਲਾਂ ਕਰਨੀਆਂ, ਆਤਮਾ ਦੇ ਬਾਰੇ ਗੱਲਾਂ ਕਰਨੀਆਂ, ਪਰਮਾਤਮਾ ਦੇ ਬਾਰੇ ਗੱਲਾਂ ਕਰਨੀਆਂ, ਰੱਬ ਦੇ ਬਾਰੇ ਗੱਲਾਂ ਕਰਨੀਆਂ। ਉਹਨਾਂ ਨੂੰ ਤਾਂ ਵਿਹਲਾ ਜਿਹਾ ਕੰਮ ਲੱਗਦਾ। ਉਹਨਾਂ ਨੂੰ ਲੱਗਦਾ ਵੀ ਇਸ ਕੰਮ ਨੂੰ ਕਰਾਂਗੇ ਤਾਂ ਸਾਨੂੰ ਪੈਸਾ ਕਿੱਥੇ ਮਿਲੇਗਾ, ਕਿਉਂਕਿ ਪ੍ਰੋਬਲਮ ਹੋ ਗਈ ਨਾ ਪੜ੍ਹਾਈ ਦੀ। ਮੈਂ ਅਕਸਰ ਕਹਿੰਦਾ ਹੁੰਦਾ ਵੀ ਪੈਸਾ, ਜਿਹੜੀ ਪੜ੍ਹਾਈ ਜ਼ਿਆਦਾ ਪੈਸਾ ਦੇਵੇਗੀ ਅਸੀਂ ਖੱਪ ਕੇ ਪੜ੍ਹਾਈ ਨੂੰ ਕਰਨ ਦੇ ਲਈ ਤਿਆਰ ਹਾਂ। ਇਸ ਕਰਕੇ ਲੱਗਦਾ ਵੀ ਲੈ ਜਪਜੀ ਸਾਹਿਬ ਕੀਤਿਆਂ ਕੀ ਮਿਲੇਗਾ ਸਾਨੂੰ, ਅਸੀਂ ਪਹਿਲਾਂ ਹੀ ਤਿਆਰ ਹੋਏ ਹਾਂ। ਇਸ ਕਰਕੇ ਪੜ੍ਹਾਈ ਦੇ ਵਿੱਚੋਂ ਉਹ ਚੀਜ਼ਾਂ ਮਾਈਨਸ ਹੀ ਹੋ ਗਈਆਂ। ਇੱਕ ਪੜ੍ਹਾਉਣ ਵਾਲੇ ਵੀ ਸਾਡੇ ਵਰਗੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਵੀ ਆਤਮਿਕ ਜੀਵਨ ਹੈ ਕੀ ਹੈ। ਇਸ ਕਰਕੇ ਬਾਬਾ ਕਬੀਰ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਵੀ ਭਾਈ ਲੁੱਟਿਆ ਜਾ ਰਿਹਾ ਹੈ, ਇਹ ਵੰਡਿਆ ਜਾ ਰਿਹਾ ਹੈ। ਪਰ ਇਹ ਇੱਦਾਂ ਨਹੀਂ ਵੰਡਿਆ ਜਾਂਦਾ ਵੀ ਜਿੱਦਾਂ ਬਾਕੀ ਚੀਜ਼ਾਂ ਦੀ ਸੇਲ ਲੱਗ ਜਾਂਦੀ ਹੈ, ਲੰਗਰ ਲੱਗ ਜਾਂਦਾ ਹੈ ਅਤੇ ਫਿਰ ਕਿਤੇ ਲੁੱਟਿਆ ਜਾਂਦਾ ਹੈ। ਇਹਦੀਆਂ ਕੁਝ ਸ਼ਰਤਾਂ ਨੇ, ਅਤੇ ਇਹਦੀਆਂ ਸ਼ਰਤਾਂ ਇੱਦਾਂ ਦੀਆਂ ਨੇ ਵੀ ਦੂਜੇ ਧਨ ਨੂੰ ਤਾਂ ਸਿਰਫ ਜਦੋਂ ਅਸੀਂ ਦੂਜਾ ਧਨ ਲੁਟਾਉਂਦੇ ਹਾਂ ਅਤੇ ਉਹਦੇ ਵਿੱਚ ਵੇਖੋ, ਆਪਾਂ ਇੱਕ ਗੱਲ ਕਰਦੇ ਹੁੰਦੇ ਹਾਂ ਨਾ ਵੀ ਕਿਸੇ ਨੇ 8 ਘੰਟੇ ਸਾਨੂੰ ਆਫਿਸ ਦੇ ਵਿੱਚ ਸੱਦਿਆ ਵੀ 8 ਘੰਟੇ ਕੰਮ ਕਰੋ, ਅਤੇ 8 ਘੰਟੇ ਅਸੀਂ ਆਪਣਾ ਸਰੀਰ ਦਿੱਤਾ ਉੱਥੇ, ਆਪਣਾ ਟਾਈਮ ਦਿੱਤਾ ਹੈ ਉੱਥੇ, ਅਤੇ ਉਹਨਾਂ 8 ਘੰਟਿਆਂ ਦੇ ਬਦਲੇ ਦੇ ਵਿੱਚ ਸਾਨੂੰ 30 ਦਿਨਾਂ ਦੇ ਬਾਅਦ ਤਨਖਾਹ ਮਿਲਦੀ ਹੈ। ਅਸੀਂ ਆਪਣਾ ਟਾਈਮ ਦਿੰਦੇ ਹਾਂ ਉੱਥੇ।
ਹੁਣ ਧਾਰਮਿਕ ਜ਼ਿੰਦਗੀ ਦੇ ਵਿੱਚ ਖੇਡ ਥੋੜ੍ਹੀ ਜਿਹੀ ਵੱਖਰੀ ਹੋ ਜਾਂਦੀ ਹੈ। ਇੱਥੇ ਸਰੀਰ ਦਾ ਜਿਹੜਾ ਪਾਸਾ ਹੈ ਨਾ, ਉਹਦੇ ਨਾਲੋਂ ਮਨ ਵਾਲਾ ਪਾਸਾ ਜ਼ਿਆਦਾ ਨੇੜੇ ਹੋ ਜਾਂਦਾ। ਇੱਥੇ ਮਨ ਦੇਣਾ ਪੈਂਦਾ। ਉੱਥੇ ਕੀ ਹੈ ਵੀ ਅਸੀਂ ਪਹੁੰਚ ਗਏ, ਸਾਡੀ ਅਟੈਂਡੈਂਸ ਲੱਗ ਗਈ ਹੈ ਵੀ ਹਾਂ ਹੁਣ ਪਹੁੰਚ ਗਏ ਹਾਂ, ਭਾਵੇਂ ਵਿਹਲੇ ਵੀ ਬਹਿ ਕੇ ਆ ਜਾਓ, ਸਾਡੀ ਹਾਜ਼ਰੀ ਪੈ ਜਾਣੀ ਆ। ਉੱਥੇ ਪੈ ਜਾਂਦੀ ਹੈ, ਉੱਥੇ ਚੱਲਦਾ ਇੱਦਾਂ। ਇੱਥੇ ਨਹੀਂ ਇੱਦਾਂ ਚੱਲਦਾ। ਇੱਥੇ ਇੱਦਾਂ ਚੱਲਦਾ ਵੀ ਅਸੀਂ ਬੈਠੇ ਵੀ ਹੋਏ ਹਾਂ, ਅਤੇ ਉਸ ਬੈਠੇ ਟਾਈਮ ਦੇ ਵਿੱਚ ਵੀ ਕਿੰਨਾ ਟਾਈਮ ਬੈਠੇ ਹਾਂ। ਇਹ ਥੋੜ੍ਹਾ ਜਿਹਾ ਔਖਾ ਹੈ ਵੀ ਮੰਨ ਲਓ ਵੀ ਲੁਟਾਇਆ ਜਾ ਰਿਹਾ ਹੈ, ਕੀਰਤਨ ਹੋ ਰਿਹਾ ਸੀ, ਨਾਮ ਲੁਟਾਇਆ ਜਾ ਰਿਹਾ ਸੀ, ਪਰ ਜਦੋਂ ਮੈਂ ਉਹਨੂੰ ਕੈਚ ਕਰਨਾ, ਅਤੇ ਕੈਚ ਕਰਨ ਦੇ ਲਈ ਸੁਰਤ ਚਾਹੀਦੀ ਆ। ਜਿੰਨਾ ਚਿਰ ਸੁਰਤ ਜੁੜੀ ਉਹਨਾਂ ਚਿਰ ਕੈਚ ਕਰ ਲਿਆ, ਜਿੰਨਾ ਚਿਰ ਨਹੀਂ ਸੁਰਤ ਜੁੜੀ, ਉਹ ਜਿੱਦਾਂ ਆਮ ਪੈਸੇ ਸੁੱਟੇ ਜਾਂਦੇ ਸੀ, ਜਿਨ੍ਹਾਂ ਨੇ ਉੱਡਦੇ ਉੱਡਦੇ ਫੜ ਲਏ ਉਹਨਾਂ ਦੇ ਹੱਥ 'ਚ ਆ ਕੇ, ਜਿਨ੍ਹਾਂ ਨੇ ਨਹੀਂ ਸੁੱਟੇ ਪੈਰਾਂ ਥੱਲੇ ਵੀ ਆਉਣ ਲੱਗ ਪਏ। ਫਿਰ ਉਹ ਤਾਂ ਇੱਦਾਂ ਵੀ ਨਿਕਲ ਗਿਆ, ਬਸ ਉਹ ਨਿਕਲ ਗਿਆ ਸਮਾਂ ਸਾਡੇ ਕੋਲ। ਇਹ ਕਹਿ ਦੇਣਾ ਬੜਾ ਸੌਖਾ ਜੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਬੜਾ ਹੁੰਦਾ ਹੈ ਵੀ ਮੈਂ ਆਪ ਜੀ ਦੇ ਨਾਲ ਕਈ ਵਾਰ ਇਸ ਗੱਲ ਨੂੰ ਕਰਦਾ ਹੁੰਦਾ ਵੀ 45 ਮਿੰਟ ਦਾ ਕੀਰਤਨ ਹੋਵੇ ਨਾ, ਬੜਾ ਔਖਾ ਹੁੰਦਾ ਹੈ ਵੀ ਕਿਤੇ 10 ਕੁ ਮਿੰਟ ਬੰਦੇ ਦਾ ਧਿਆਨ ਜੁੜ ਜਾਵੇ ਵੀ 10 ਮਿੰਟ ਮੈਂ ਸੁਣ ਲਿਆ ਹੈ। ਉਹ ਵੀ ਲਗਾਤਾਰ ਨਹੀਂ, ਕਿਤੇ ਸ਼ਬਦ ਖਤਮ ਹੋਇਆ, ਸ਼ਬਦ ਸ਼ੁਰੂ ਹੋਇਆ, ਵਿੱਚ ਕੋਈ ਇੱਦਾਂ ਦੀ ਗੱਲ ਆ ਗਈ ਜਿਹਨੂੰ ਅਸੀਂ ਜਿਸ ਲੈਵਲ ਦੇ ਉੱਤੇ ਜੀਂਦੇ ਹਾਂ, ਸਾਡਾ ਇੱਥੇ ਕਿਤੇ ਰਹਿੰਦਾ ਹੈ। 45 ਮਿੰਟਾਂ 'ਚੋਂ 10 ਕੁ ਮਿੰਟ, 40 ਮਿੰਟਾਂ ਦੇ ਵਿੱਚੋਂ 10 ਕੁ ਮਿੰਟ। ਕਥਾ ਦਾ ਇਹ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਵੀ ਇਹ ਗੱਲਾਂ ਹੁੰਦੀਆਂ ਨੇ, ਇਸ ਕਰਕੇ ਬੰਦਾ ਸੋਚਦਾ ਵੀ ਚਲੋ ਗੱਲਾਂ ਹੋ ਰਹੀਆਂ ਨੇ, ਅਤੇ ਗੱਲਾਂ ਦੇ ਵਿੱਚ ਕਦੀ ਕਦੀ ਧਿਆਨ ਚਲਾ ਜਾਂਦਾ। ਪਰ ਮੇਨ ਸਾਡੀ ਜਿਹੜੀ ਸਾਧਨਾ ਹੈ ਨਾ, ਉਹ ਕੀਰਤਨ ਦੀ ਹੀ ਹੈ। ਸਾਨੂੰ ਕੀਰਤਨ ਵੱਲ ਹੀ ਜਾਣਾ ਚਾਹੀਦਾ, ਉਹਦੇ ਵੱਲ ਧਿਆਨ ਹੋਣਾ ਚਾਹੀਦਾ ਵੀ ਮਹਾਰਾਜ ਕਹਿੰਦੇ ਕੀ ਨੇ। ਇੱਥੇ ਤਾਂ ਫਿਰ ਅਕਲ ਦੀਆਂ ਗੱਲਾਂ ਨੇ। ਹੁਣ ਦਾਤਾਰ ਕਹਿੰਦੇ ਵੰਡਿਆ ਜਾ ਰਿਹਾ ਹੈ, ਪਰ ਇਹ ਜਿਹੜਾ ਇਹਨੂੰ ਇਕੱਠਾ ਕਰਨਾ ਹੈ, ਇਹ ਇਕੱਠਾ ਇੱਦਾਂ ਨਹੀਂ ਹੁੰਦਾ ਵੀ ਬਸ ਮੈਂ ਚੀਜ਼ਾਂ ਦੇ ਬਦਲੇ ਦੇ ਵਿੱਚ ਇਕੱਠਾ ਕਰ ਲਿਆ। ਦਾਤਾਰ ਕਹਿੰਦੇ ਇਹਦੇ ਲਈ ਆਪਣਾ ਆਪਾ ਦੇਣਾ ਪੈਂਦਾ। ਵੰਡਿਆ ਤੇ ਜਾ ਰਿਹਾ ਹੈ, ਲੁੱਟ ਲਵੋ ਕਹਿਣ ਨੂੰ ਬੜਾ ਸੌਖਾ ਹੈ, ਪਰ ਕਹਿੰਦੇ ਇਹਦੇ ਲਈ ਆਪਣੇ ਆਪ ਨੂੰ ਖਤਮ ਕਰਨਾ ਪੈਂਦਾ। ਆਪਾਂ ਖਤਮ ਕਰਾਂਗੇ ਆਪਣੇ ਆਪ ਨੂੰ ਤੇ ਇਹ ਪੱਲੇ ਆਉਂਦਾ ਹੈ, ਨਹੀਂ ਤੇ ਨਹੀਂ ਆਉਂਦਾ। ਆਪਾਂ ਖਤਮ ਕਰਨ ਦਾ ਮਤਲਬ ਕੀ ਆ ਵੀ ਆਪਣੀ ਈਗੋ ਨੂੰ ਪਿੱਛੇ ਰੱਖਣਾ। ਸੀ ਕੱਲ੍ਹ ਸਾਰਾ ਕੁਝ ਇਹਦੇ ਬਾਰੇ ਪੜ੍ਹਿਆ ਵੀ ਘਰ ਦੀ ਈਗੋ ਹੈ ਬੰਦੇ ਨੂੰ, ਆਪਣੇ ਸਰੀਰ ਦੀ ਈਗੋ ਹੈ, ਸ਼ਕਲ ਦੀ ਈਗੋ ਹੈ, ਜਾਂ ਹੋਰਨਾਂ ਚੀਜ਼ਾਂ ਦੀ ਈਗੋ ਹੈ। ਜਿੰਨਾ ਬੰਦੇ ਨੇ ਇਹਨੂੰ ਪਿੱਛੇ ਕਰ ਦਿੱਤਾ, ਬੰਦਾ ਓਨਾ ਹੀ ਅੱਗੇ ਆ ਗਿਆ। ਇੱਕ ਬਚਨ ਆਪ ਜੀ ਦੇ ਅੱਗੇ ਰੱਖ ਦੇਵਾਂ। ਸਤਿਗੁਰੂ ਕਹਿੰਦੇ ਨੇ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਆਪਸ ਦੇ ਵਿੱਚ ਮੇਲ ਹੈ ਹੀ ਨਹੀਂ। ਅਸੀਂ ਜਿੰਨੇ ਹੰਕਾਰੀ ਹਾਂ, ਅਸੀਂ ਨਾਮ ਤੋਂ ਓਨੇ ਹੀ ਦੂਰ ਹਾਂ। ਭਾਵੇਂ ਸਾਰਾ ਦਿਨ ਅਸੀਂ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਹਾਂ, ਸਾਰਾ ਦਿਨ ਪਾਠ ਕਰੀ ਜਾਂਦੇ ਹਾਂ, ਸਾਰਾ ਦਿਨ ਗੁਰਦੁਆਰੇ ਵੀ ਬੈਠੇ ਰਹਿੰਦੇ ਹਾਂ। ਜੇ ਹੰਕਾਰੀ ਹਾਂ ਤੇ ਅਸੀਂ ਨਾਮ ਦੇ ਨੇੜੇ ਹੋਏ ਹੀ ਨਹੀਂ ਹਾਂ। ਇਸ ਕਰਕੇ ਦਾਤਾਰ ਕਹਿੰਦੇ ਨੇ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਹ ਦੋਵੇਂ ਇੱਕ ਥਾਂ ਤੇ ਵਸ ਹੀ ਨਹੀਂ ਸਕਦੀਆਂ ਵੀ ਇੱਕ ਥਾਂ ਤੇ ਬੰਦਾ ਕਵੇ ਵੀ ਬੰਦਾ ਨਾਮ ਵੀ ਜਪਦਾ ਪਰ ਦੂਜਾ ਹੰਕਾਰੀ ਵੀ ਹੋਵੇ। ਇਹਦਾ ਮਤਲਬ ਹੈ ਜਿਹੜਾ ਹੰਕਾਰੀ ਹੈ ਉਹ ਨਾਮ ਜਪਣ ਵਾਲਾ ਨਹੀਂ ਹੈ। ਲੋਕਾਂ ਨੂੰ ਜੋ ਮਰਜ਼ੀ ਕਹਿੰਦਾ ਫਿਰੇ ਵੀ ਮੈਂ ਬੜਾ ਨਾਮ ਜਪਣ ਵਾਲਾ। ਮਹਾਰਾਜ ਨੇ ਦੇਤਾ ਸਰਟੀਫਿਕੇਟ ਵੀ ਆਹ ਹਾਲ ਹੋਇਆ ਪਿਆ। ਹੁਣ ਬਾਬਾ ਕਬੀਰ ਕਹਿੰਦੇ ਨੇ ਵੀ ਵੰਡਿਆ ਤੇ ਜਾ ਰਿਹਾ ਹੈ, ਪਰ ਲੁੱਟੋਗੇ ਕਿਵੇਂ? ਤੇ ਉਹਦੇ ਲਈ ਫਿਰ ਸਿੱਧੀ ਜੀ ਗੱਲ ਹੈ ਕਿ ਆਪਣੇ ਆਪ ਨੂੰ ਖਤਮ ਕਰਨਾ ਪੈਂਦਾ। ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਤੇ ਅਸੀਂ ਅਗਲੀ ਗੱਲ ਕਰਾਂਗੇ। ਵੈਸੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਿਰ ਵਿੱਚ ਨਿੱਕੇ ਵਾਲ ਹੁਣ ਸਾਧ ਚਰਨ ਚਵਰ ਕਰ ਢਾਲਿਆ, ਗੁਰਸਰ ਤੀਰਥ ਨਾਇਕ ਹੈ, ਅੰਝੂ ਭਰ ਭਰ ਪੈਰ ਪਖਾਲੇ, ਕਾਲੀ ਹੁਣ ਧੌਲੇ ਕਰੇ, ਚੱਲਣ ਜਾਣ ਨਿਸ਼ਾਨ ਸੰਭਾਲੇ। ਜੇਕਰ ਅਸੀਂ ਬਚਪਨ ਦੇ ਵਿੱਚ ਇਹ ਸਾਧਨਾ ਨਹੀਂ ਕੀਤੀ, ਅੱਗੇ ਜਾ ਕੇ ਬੜਾ ਔਖਾ ਹੁੰਦਾ ਵੀ ਇਸ ਸਾਧਨਾ ਦੇ ਵੱਲ ਆ ਜਾਈਏ। ਕਿਉਂਕਿ ਜਿੰਨੀ ਜਲਦੀ ਬੱਚੇ ਦਾ ਧਿਆਨ ਲੱਗਦਾ ਹੈ, ਵੱਡਿਆਂ ਦਾ ਧਿਆਨ ਨਹੀਂ ਲੱਗਦਾ। ਇਹ ਪੱਕੀ ਗੱਲ ਹੈ। ਔਰ ਜਵਾਨੀ ਦੇ ਵਿੱਚ ਤਾਂ ਸਗੋਂ ਹੀ ਧਿਆਨ ਖਿੰਡ ਜਾਂਦਾ, ਔਰ ਜਿੰਨਾ ਖਿੰਡਦਾ ਹੈ ਬੁਢਾਪੇ ਦੇ ਵਿੱਚ ਉਹਨੂੰ ਇਕੱਠਾ ਕਰਨਾ ਓਨਾ ਹੀ ਔਖਾ ਹੋ ਜਾਂਦਾ। ਇਸੇ ਕਰਕੇ ਜਿੰਨੀਆਂ ਲੈਂਗੁਏਜ ਹੁੰਦੀਆਂ ਨੇ ਅਸੀਂ ਬਚਪਨ 'ਚ ਸਿੱਖ ਲੈਂਦੇ ਹਾਂ। ਤੁਸੀਂ ਵੇਖਦੇ ਹੀ ਜੇ ਸਕੂਲਾਂ ਦਾ ਹਾਲ, 2-3 ਲੈਂਗੁਏਜ ਬਚਪਨ ਦੇ ਵਿੱਚ ਹੀ ਸਟਾਰਟ ਕਰ ਦਿੱਤੀਆਂ ਜਾਂਦੀਆਂ ਨੇ। ਵੱਡਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿਓ, ਵੇਖੋ ਕਿੰਨਾ ਔਖਾ ਲੱਗਦਾ ਵਿਸ਼ਾ ਵੀ ਨਹੀਂ ਇਹ ਨਹੀਂ ਸਿੱਖੀਆਂ ਜਾਂਦੀਆਂ। ਜਿੱਥੇ ਅਸੀਂ 3-4 ਸਾਲ ਦੀ ਉਮਰ ਦੇ ਵਿੱਚ 3 ਸਿੱਖ ਲੈਂਦੇ ਹਾਂ, ਵੱਡੇ ਹੋਇਆਂ ਸਾਨੂੰ ਔਖਾ ਲੱਗਣ ਲੱਗ ਪੈਂਦਾ। ਉਹਦਾ ਕਾਰਨ ਸਿਰਫ ਇੰਨਾ ਹੁੰਦਾ ਹੈ, ਸੁਰਤ ਖਿੰਡ ਗਈ ਹੈ। ਸੁਰਤ ਨੂੰ ਲੱਗਦਾ ਵੀ ਛੱਡ ਪਰਾਂ, ਕਾਹਦੇ ਲਈ ਕਰਨਾ ਮੈਂ, ਇਹ ਮੈਨੂੰ ਲੋੜ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ। ਸੁਰਤ ਖਿੰਡਦੀ ਹੈ। ਔਰ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਪਹਿਲੀ ਗੱਲ ਇਹ ਹੈ, ਇਹਨੂੰ ਜਦੋਂ ਵੀ ਆਪਣੇ ਵੱਲ ਇਕੱਠਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਆਪਣੇ ਆਪੇ ਨੂੰ ਖਤਮ ਕਰਨਾ ਪਵੇਗਾ। ਬੜਾ ਸੌਖਾ ਜਿਹਾ ਮੈਥਡ ਹੈ, ਜੇ ਜ਼ਿੰਦਗੀ 'ਚ ਕੰਮ ਆ ਗਿਆ
ਤੇ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਇਹ ਹੈ ਕੀ ਹੈ। ਨਹੀਂ ਤੇ ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਦਾ, ਆਪਾਂ ਕੋਈ ਇਦਾਂ ਦਾ ਸਿਸਟਮ ਤੇ ਲੈ ਕੇ ਬੈਠੇ ਨੇ ਵੀ ਮੈਂ ਕਥਾ ਕਰਕੇ ਉੱਤਰ ਜਾਣਾ ਤੇ ਗੱਲ ਖਤਮ ਹੋ ਜਾਣੀ ਹੈ। ਆਪਾਂ ਇਸ ਕਰਕੇ ਬੈਠਦੇ ਹਾਂ ਵੀ ਚਲੋ ਤੁਹਾਡੇ ਕੋਲੋਂ ਮੈਨੂੰ ਕੁਝ ਮਿਲ ਜਾਵੇ ਤੇ ਮੈਂ ਤੁਹਾਨੂੰ ਕੁਝ ਦੱਸ ਦੇਵਾਂ ਤੇ ਚਲੋ ਆਪਣਾ ਇੱਕ ਸਫ਼ਰ ਜਿਹਾ ਤੁਰਿਆ ਰਵੇ, ਇੱਕ ਗੱਲ ਜੀ ਬਣੀ ਰਵੇ, ਬਸ ਇੰਨੀ ਕੁ ਖੇਡ ਹੈ, ਜੋ ਤੋਂ ਵੱਧ ਕੁਝ ਵੀ ਨਹੀਂ ਹੈ ਕਥਾ ਦੇ ਪਿੱਛੇ। ਜਦੋਂ ਅਸੀਂ ਆਮ ਕਰਕੇ ਤੁਰਦੇ ਹਾਂ, ਹੁਣ ਲੁੱਟਿਆ ਤੇ ਜਾ ਰਿਹਾ, ਵੰਡਿਆ ਤੇ ਜਾ ਰਿਹਾ, ਕਥਾ ਨੂੰ ਮੈਂ ਇਸ ਚੀਜ਼ ਤੋਂ ਪਿੱਛੇ ਰੱਖਦਾ ਹੁੰਦਾ ਕਿਉਂਕਿ ਇਹ ਅਕਲ ਦੀਆਂ ਗੱਲਾਂ ਨੇ। ਅਕਲ ਦਾ ਵਿਸ਼ਾ ਕੁਝ ਹੋਰ ਹੁੰਦਾ ਹੈ। ਕੀਰਤਨ ਦੇ ਵਿੱਚ ਵੰਡਿਆ ਜਾ ਰਿਹਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਬੋਲੀ ਹੈ, ਕਹਿੰਦੇ ਵੀ ਇਸ ਗੱਲ ਨੂੰ ਮੰਨ ਕੇ ਚੱਲੋ ਵੀ ਮਾਲਕ ਦਾ ਨਾਮ ਵੰਡਿਆ ਜਾ ਰਿਹਾ। ਹੁਣ ਜਿਹੜੀ ਚੀਜ਼ ਵੰਡੀ ਜਾ ਰਹੀ ਹੈ ਇਹਦਾ ਮਤਲਬ ਹੈ ਵੀ ਮੈਨੂੰ ਲੋੜ ਹੈ ਸਿਰਫ ਉਹਦੇ ਥੱਲੇ ਜਾਂ ਤੇ ਹੱਥ ਕਰਨ ਦੀ, ਵੀ ਮੇਰੇ ਹੱਥ ਦੇ ਵਿੱਚ ਆ ਜਾਵੇ। ਹੁਣ ਹੱਥ ਦੇ ਵਿੱਚ ਪੈਣ ਵਾਲੀ ਚੀਜ਼ ਤੇ ਉਹ ਹੈ ਨਹੀਂ, ਉਹ ਪੈਣ ਵਾਲੀ ਹੈ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਪੈਣ ਵਾਲੀ ਚੀਜ਼। ਇਹਦਾ ਮਤਲਬ ਮੈਨੂੰ ਉਹਦੇ ਲਈ ਦਿਮਾਗ ਖੋਲ੍ਹਣਾ ਪੈਣਾ, ਉਹਦੇ ਲਈ ਦਿਲ ਖੋਲ੍ਹਣਾ ਪੈਣਾ। ਉਹਦੇ ਲਈ ਫਿਰ ਕੀ ਕਰਨਾ ਪਵੇਗਾ? ਉਹ ਕਹਿੰਦੇ ਨੇ ਵੀ ਕਿਤੇ ਰੇਲ ਗੱਡੀ ਦੇ ਵਿੱਚ ਸਫ਼ਰ ਕਰਦੇ ਹੋਈਏ ਨਾ, ਤੇ ਵੇਖਿਓ ਫਿਰ ਉਹ ਰੇਲ ਗੱਡੀ ਦੀ ਆਵਾਜ਼ ਕਿਤੇ ਕਿਤੇ ਇੰਨੀ ਨੋਇਸੀ ਹੋ ਜਾਂਦੀ ਹੈ, ਇੰਨਾ ਰੌਲਾ ਲੱਗਦਾ ਹੈ ਵੀ ਉਹ ਸਿਰ ਦਰਦ ਦਾ ਕਾਰਨ ਬਣ ਜਾਂਦੀ ਹੈ, ਵੀ ਸਿਰ ਦਰਦੀ ਹੋ ਰਹੀ ਹੈ। ਪਰ ਕਹਿੰਦੇ ਕਿਤੇ ਇਸੇ ਰੇਲ ਗੱਡੀ ਦੀ ਆਵਾਜ਼ ਨੂੰ ਬਸ ਥੋੜ੍ਹੀ ਜਿਹੀ ਪ੍ਰੈਕਟਿਸ ਦੀ ਲੋੜ ਹੈ, ਵੀ ਇਹ ਸੋਚ ਲਓ ਵੀ ਇਹਦੇ ਟਾਇਰ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਨੇ ਬਸ। ਫਿਰ ਤੁਸੀਂ ਧਿਆਨ ਪਰੇ ਵੀ ਕਰੋਗੇ ਨਾ ਵੀ ਨਹੀਂ ਗੱਡੀ ਰੌਲਾ ਪਾਉਂਦੀ ਹੈ, ਪਾਈ ਜਾਵੇ, ਬਾਕੀਆਂ ਲਈ ਗੱਡੀ ਰੌਲਾ ਹੀ ਹੈ, ਤੁਹਾਡੇ ਲਈ ਰੌਲਾ ਨਹੀਂ ਹੈ। ਤੁਹਾਡੇ ਲਈ ਫਿਰ ਕੀ ਹੈ? ਤੁਹਾਡੇ ਲਈ ਉਹੀ ਚੀਜ਼ ਆਨੰਦ ਦੇ ਰਹੀ ਹੈ, ਤੁਹਾਡੇ ਲਈ ਉਹੀ ਸਕੂਨ ਦੇ ਰਹੀ ਹੈ। ਚਲੋ ਉਹ ਤਾਂ ਬਾਹਰ ਦੀਆਂ ਉਦਾਹਰਨਾਂ ਨੇ, ਅਸੀਂ ਥੋੜ੍ਹਾ ਜਿਹਾ ਹੋਰ ਨੇੜੇ ਆ ਜਾਈਏ। ਜਦੋਂ ਕੋਈ ਵੀ ਸਾਡੇ ਨੇੜੇ ਨਹੀਂ ਹੈ, ਅਸੀਂ ਇਕੱਲੇ ਹਾਂ, ਮੈਂ ਇਸ ਕਰਕੇ ਬੇਨਤੀ ਕਰਦਾ ਹੁੰਦਾ, ਖਾਸ ਕਰਕੇ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਗੱਲਾਂ ਨਾ ਕੀਤੀਆਂ ਜਾਣ। ਉਹੀ ਰਾਤ ਘੁੰਮਣ ਗਏ, ਉਹੀ ਚੀਜ਼ਾਂ ਘੁੰਮਣ ਗਈਆਂ ਸਾਰੀ ਰਾਤ, ਅਤੇ ਸੋਹਿਲਾ ਸਾਹਿਬ ਕਰਕੇ ਹੀ ਸੌਣਾ ਹੈ। ਇਹ ਵੀ ਸਾਡੀ ਕੰਡੀਸ਼ਨ ਹੈ, ਇਹ ਕਰਨਾ ਹੀ ਕਰਨਾ ਹੈ। ਇਹ ਨਹੀਂ ਵੀ ਗੁਰਦੁਆਰੇ ਹੋ ਗਿਆ ਤਾਂ ਕੋਈ ਨਹੀਂ ਠੀਕ ਕਰ ਹੀ ਲਿਆ, ਨਹੀਂ, ਘਰ ਜਾ ਕੇ ਕਰਨਾ ਹੈ। 5 ਸ਼ਬਦ ਨੇ, ਕਿੰਨਾ ਕੁ ਟਾਈਮ ਲੱਗਦਾ ਕਰਨਾ? ਇਸ ਕਰਕੇ ਆ, ਪਰ ਜਦੋਂ ਕਰਦਿਆਂ ਲੇਟ ਗਏ ਹਾਂ ਫਿਰ ਸਿਰਫ ਬਹੁਤਾ ਨਹੀਂ, ਇਹਨੂੰ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਸੋਚ ਕੇ ਵੇਖਿਓ। ਪਹਿਲਾਂ ਔਖਾ ਵੀ ਲੱਗੇਗਾ, ਚੇਤਾ ਵੀ ਭੁੱਲ ਜਾਂਦਾ ਹੈ, ਪਰ ਜੇ ਆਦਤ ਪੈ ਗਈ ਤਾਂ ਬੜੇ ਕਮਾਲ ਦੀ ਆਦਤ ਹੁੰਦੀ ਹੈ। ਕੁਝ ਨਾ ਹੋਵੇ, ਇਕੱਲੇ ਬੈਠੇ ਹੋਏ ਹਾਂ, ਫੋਨ ਹੁਣ ਪਰੇ ਰੱਖ ਦਿੱਤਾ ਹੈ, ਸੌਣ ਲੱਗਿਆਂ 2-3 ਮਿੰਟ ਤਾਂ ਲੱਗਦੇ ਹੀ ਨੇ। ਚੰਗੇ ਭਲੇ ਬੰਦੇ ਨੂੰ ਵੀ ਅੱਧੇ ਮਿੰਟ ਬਾਅਦ, 1 ਮਿੰਟ ਬਾਅਦ ਨੀਂਦ ਆਉਂਦੀ ਹੈ, ਕਈਆਂ ਨੂੰ ਚਲੋ ਜਲਦੀ ਵੀ ਆ ਜਾਂਦੀ ਹੈ, ਕਈਆਂ ਨੂੰ ਨਹੀਂ ਵੀ ਆਉਂਦੀ ਕਿਸੇ ਵੇਲੇ। ਉਦੋਂ ਸਿਰਫ ਅਸੀਂ ਆਪਣੇ ਆਪ ਦੇ ਲਾਗੇ ਹੁੰਦੇ ਹਾਂ। ਉਸ ਵੇਲੇ ਅਸੀਂ ਕੀ ਕਰਦੇ ਹਾਂ? ਜਾਂ ਤਾਂ ਅਸੀਂ ਸੋਚਣ ਲੱਗ ਪੈਂਦੇ ਹਾਂ ਵੀ ਸਾਰਾ ਦਿਨ ਕੀ ਕੀਤਾ, ਜਾਂ ਕਿਸੇ ਦੀ ਗੱਲ ਚੇਤੇ ਆ ਗਈ, ਬਸ ਉਹਦੇ ਬਾਰੇ ਸੋਚੀ ਗਏ, ਬਸ ਇੱਦਾਂ ਹੀ ਸਾਨੂੰ ਹੀ ਨਹੀਂ ਪਤਾ ਲੱਗਾ ਵੀ ਕਿਹੜੇ ਵੇਲੇ ਨੀਂਦ ਆ ਗਈ। ਬਸ ਫਿਰ ਕੀ ਹੋ ਗਿਆ? ਸਾਰਾ ਰਾਤ ਸੁਪਨਿਆਂ ਦੇ ਵਿੱਚ ਉਹ ਚੀਜ਼ ਘੁੰਮਦੀ ਰਹੀ, ਸਾਰੀ ਰਾਤ ਸੁਪਨਿਆਂ 'ਚ ਘੁੰਮਦੀ ਰਹੀ। ਸਵੇਰੇ ਉੱਠਦਿਆਂ ਉਹੀ ਖਿਆਲ ਸਾਡੇ ਸਾਹਮਣੇ ਆ ਗਿਆ। ਉਹਨੂੰ ਪ੍ਰੈਕਟੀਕਲ ਕਰਕੇ ਵੇਖ ਲੈਣਾ, ਤੁਹਾਡੇ ਨਾਲ ਇੱਦਾਂ ਹੀ ਹੋਵੇਗਾ। ਅਤੇ ਜੇ ਕਿਤੇ ਬੰਦਾ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਜਦੋਂ ਸੁੱਤਾ ਹੈ, ਹੋਰ ਕੋਈ ਸ਼ੋਰ ਲਾਗੇ ਨਾ ਹੋਵੇ, ਜੇ ਇੱਦਾਂ ਕਹਿ ਲਈਏ ਵੀ ਉਦੋਂ ਤਾਂ ਰੇਲ ਗੱਡੀ ਦੀ ਆਵਾਜ਼ ਹੈ ਅਤੇ ਹੁਣ ਸਾਡੇ ਲਾਗੇ ਕੀ ਹੈ, ਅਤੇ ਧਿਆਨ ਦੇ ਨਾਲ ਵੇਖਿਓ, ਦਿਲ ਦੀ ਧੜਕਣ ਹਮੇਸ਼ਾ ਬੰਦੇ ਦੇ ਨਾਲ ਹੀ ਹੁੰਦੀ ਹੈ। ਪਰ ਪ੍ਰੋਬਲਮ ਤਾਂ ਇਹ ਆ ਵੀ ਉਹਨੂੰ ਪ੍ਰੈਕਟੀਕਲ ਕਰਨਾ ਪੈਂਦਾ। ਮੈਂ ਤੁਹਾਨੂੰ ਕਹਿ ਦੇਵਾਂ ਅਤੇ ਆਪ ਮੈਂ ਕਦੀ ਕਰਾਂ ਨਾ, ਉਹ ਚੀਜ਼ਾਂ ਕਦੀ ਆ ਹੀ ਨਹੀਂ ਸਕਦੀਆਂ, ਕਦੀ ਨਹੀਂ ਜਿਉਂਦੀਆਂ। ਕਿਹੜੀ ਚੀਜ਼ ਨਹੀਂ ਵਾਹਿਗੁਰੂ ਕਹਿ ਰਹੀ? ਹਰ ਇੱਕ ਚੀਜ਼ ਦੇ ਵਾਹਿਗੁਰੂ ਕਹਿ ਰਹੀ, ਪਰ ਗੱਲ ਤੇ ਧਿਆਨ ਲਾਉਣ ਦੀ ਹੈ ਨਾ। ਹਰ ਇੱਕ ਚੀਜ਼ ਦੁਨੀਆ ਦੇ ਵਿੱਚ ਮਾਲਕ ਨੇ 2 ਚੀਜ਼ਾਂ ਪੈਦਾ ਕੀਤੀਆਂ ਨੇ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਦਰਖਤ ਹੁੰਦਾ ਨਾ, ਉਹਨੂੰ ਮਿੱਠੇ ਫਲ ਵੀ ਲੱਗਦੇ ਨੇ, ਤੈਨੂੰ ਕੌੜੇ ਵੀ ਲੱਗਦੇ ਨੇ। ਸੰਸਾਰ ਦਰਖਤ ਹੈ, ਇਹਨੂੰ ਮਿੱਠੇ ਫਲ ਵੀ ਲੱਗੇ ਹੋਏ ਨੇ, ਕੌੜੇ ਵੀ ਲੱਗੇ ਹੋਏ ਨੇ। ਹੁਣ ਇਹ ਵੇਖੋ ਵੀ ਤੁਸੀਂ ਕਿਹੜਾ ਤੋੜਨਾ, ਤੁਹਾਡੇ ਉੱਤੇ ਡਿਪੈਂਡ ਕਰਦਾ। ਜੇ ਤੁਹਾਡੀ ਕਿਸਮਤ ਦੇ ਵਿੱਚ ਕੌੜੇ ਤੋੜਨੇ ਲਿਖੇ ਨਾ ਤਾਂ ਫਿਰ ਕੌੜੇ ਹੀ ਤੋੜਾਂਗੇ ਨਾ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਸੰਸਾਰ ਰੂਪੀ ਦਰਖਤ ਨੂੰ ਮਾਲਕ ਨੇ ਦੋਵੇਂ ਫਲ ਲਾ ਦਿੱਤੇ ਨੇ। ਸੁੱਤਿਆਂ ਬਸ ਸੋਚੀ ਜਾ ਰਹੇ ਹਾਂ, ਕੀ ਸੋਚਦੇ ਪਏ ਹਾਂ, ਜੋ ਪਿੱਛੇ ਕਰਦੇ ਹਾਂ ਸਾਡੇ ਸਾਰਿਆਂ ਦੀ ਸੋਚ ਵੱਖਰੀ ਹੋ ਸਕਦੀ ਹੈ। ਪਰ ਮਹਾਰਾਜ ਕਹਿੰਦੇ ਜੇ ਕਿਤੇ ਇਸ ਵੇਲੇ ਇਹਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਇਸ ਵੇਲੇ ਇਹਨੂੰ ਕਮਾਉਣਾ ਸ਼ੁਰੂ ਕਰ ਦਿੱਤਾ, ਤਾਂ ਸਿਰਫ ਸਾਡੀ ਤੇ 2-4 ਮਿੰਟ ਦੀ ਮਿਹਨਤ ਹੈ, ਬਾਕੀ ਸਾਰਾ ਸਰੀਰ ਰਾਤ ਆਪਣੇ ਆਪ ਹੀ ਮਿਹਨਤ ਕਰਦਾ ਹੈ। ਮਨ, ਕਿਉਂਕਿ ਮਨ ਕਦੀ ਸੌਂਦਾ ਨਹੀਂ ਹੈ। ਸਰੀਰ ਦੀਆਂ ਹੱਡੀਆਂ ਥੋੜ੍ਹਾ ਟਾਈਮ ਰੈਸਟ ਦੇ ਵਿੱਚ ਆ ਗਈਆਂ, ਸੈੱਲ ਰੈਸਟ ਮੰਗਦੇ ਪਏ ਨੇ। ਦਿਲ ਥੋੜ੍ਹਾ ਸੌਂਦਾ ਕਦੀ ਵੀ, ਦਿਲ ਪੰਪ ਕਰਨੋਂ ਹਟ ਗਿਆ ਵੀ ਦਿਲ ਨੂੰ ਵੀ ਰੈਸਟ ਚਾਹੀਦੀ ਹੈ। ਕਿੰਨੇ ਸਰੀਰ ਦੇ ਅੰਗ ਨੇ, ਚੇਤਨਤਾ ਕਦੀ ਨਹੀਂ ਸੌਂਦੀ। ਅਸੀਂ ਚੇਤਨਤਾ ਦੇ ਵਿੱਚ ਵੀ ਵੇਖੋ ਨਾ, ਸੁਪਨੇ ਲੈਣ ਚਲੇ ਜਾਂਦੇ ਹਾਂ,
ਇੱਕ ਤੇ ਇਦਾਂ ਦਾ ਬੰਦਾ ਹੁੰਦਾ ਹੈ ਵੀ ਜਿਹੜਾ ਸੁਪਨਾ ਲੈ ਰਿਹਾ ਹੁੰਦਾ ਵੀ ਬਾਹਰ ਘੁੰਮਦੇ ਪਏ ਸੀ ਸੁਪਨੇ ਦੇ ਵਿੱਚ, ਤੇ ਜਿਹੜਾ ਬੈੱਡ ਤੇ ਪਿਆ ਸੀ ਉਹ ਫਿਰ ਕੌਣ ਸੀ? ਇਹਦਾ ਮਤਲਬ ਇਹ ਬੜੀਆਂ ਬਰੀਕ ਜੀਆਂ ਗੱਲਾਂ ਨੇ, ਪਰ ਇਹਨੂੰ ਸਮਝਣ ਦੀ ਲੋੜ ਹੈ। ਚੇਤਨਤਾ ਕਦੀ ਨਹੀਂ ਸੌਂਦੀ ਸਾਡੀ। ਸਾਨੂੰ ਸੁੱਤਿਆਂ ਨੂੰ ਕੋਈ ਹੱਥ ਮਾਰ ਦੇਵੇ, ਸਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਵੀ ਅਸੀਂ ਸੁੱਤੇ ਸੀ ਤੇ ਅਸੀਂ ਕੌਣ ਆ, ਉਸੇ ਵੇਲੇ ਜਾਗ ਆ ਗਈ। ਨਹੀਂ ਤੇ ਸਰੀਰ ਨੂੰ ਤੇ ਸੋਮਨ ਹੁੰਦਿਆਂ ਟਾਈਮ ਲੱਗਦਾ ਹੈ, ਸਰੀਰ ਨੂੰ ਤਾਕਤ ਦੇ ਵਿੱਚ ਆਉਂਦਿਆਂ ਟਾਈਮ ਲੱਗਦਾ ਹੈ, ਮਨ ਨੂੰ ਵੀ ਤਾਕਤ 'ਚ ਆਉਂਦਿਆਂ ਟਾਈਮ ਲੱਗਦਾ ਵੀ ਮੈਂ ਕੌਣ ਆ, ਹੌਲੀ ਹੌਲੀ ਸਰੀਰ ਦੇ ਵਾਂਗੂ ਸੋਚਾਂਗਾ। ਇਹ ਤਾਂ ਇੱਕਦਮ ਬਲਿੰਕ ਕਰ ਜਾਂਦਾ ਸਾਰਾ ਕੁਝ। ਅਸੀਂ ਤੇ ਸਿਰਫ 10-15 ਮਿੰਟ ਵੀ ਮੈਂ ਜ਼ਿਆਦਾ ਕਹਿ ਦਿੱਤੇ ਨੇ, ਸਾਡੀ ਖੇਡ ਤੇ ਸਿਰਫ 5-7 ਮਿੰਟ ਦੀ ਹੈ, 5-7 ਮਿੰਟ ਤੋਂ ਵੀ ਘੱਟ ਆਪਣੀ ਆਪਣੀ ਨੀਂਦ ਦੇ ਹਿਸਾਬ ਦੇ ਨਾਲ। ਪਰ ਇਹ ਆਦਤ ਪਾਉਣ ਦੀ ਲੋੜ ਹੈ ਵੀ ਕਿਹੜੀ ਚੀਜ਼ ਤੁਹਾਡੇ ਲਈ ਵਾਹਿਗੁਰੂ ਕਹਿ ਰਹੀ ਹੈ। ਅਤੇ ਜੇ ਚੀਜ਼ ਨੇ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹਦੇ ਤੋਂ ਵੀ ਅੱਗੇ ਦੀ ਇੱਕ ਗੱਲ ਹੈ ਤੁਹਾਡੇ ਨਾਲ, ਜੇ ਕਿਤੇ ਪ੍ਰੈਕਟੀਕਲ ਵਾਪਰਿਆ ਹੈ ਤਾਂ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ, ਹਰਟ ਪੀ ਤੂੰ ਕਰਹਿ ਬੋਲੇ ਭਲੀ ਬਾਣ। ਤੁਸੀਂ ਖੂਹ ਦੀ ਆਵਾਜ਼ ਇੰਟਰਨੈਟ 'ਤੇ ਵੈਸੇ ਸੁਣ ਲੈਣਾ, ਉਹ ਜ਼ਿਆਦਾ ਕਲੀਅਰ ਹੋਵੇਗਾ। ਖੂਹ ਦੀ ਜਿਹੜੀ ਹਰਟ ਹੈ ਨਾ, ਮਹਾਰਾਜ ਕਹਿੰਦੇ ਨੇ ਉਹ ਜਿਹੜੀਆਂ ਬਾਲਟੀਆਂ ਹੁੰਦੀਆਂ ਸੀ, ਜਿਹੜੀਆਂ ਚੇਨ ਦੇ ਨਾਲ ਬੱਝੀਆਂ ਹੁੰਦੀਆਂ ਸੀ ਅਤੇ ਪਾਣੀ ਬਾਹਰ ਕੱਢਦੀਆਂ ਸੀ। ਹੁਣ ਉੱਥੇ ਆਵਾਜ਼ ਵੇਖੋ ਤਾਂ ਟਕ ਟਕ ਦੀ ਆਵਾਜ਼ ਵੀ ਆਉਂਦੀ ਹੈ। ਪਾਣੀ ਦੀ ਆਵਾਜ਼ ਕਿਵੇਂ ਦੀ ਹੋਵੇਗੀ? ਜੋ ਸਾਡੇ ਘਰਾਂ ਦੇ ਵਿੱਚ ਵੀ ਉਹੀ ਉੱਥੇ ਉਹੀ ਸਿਸਟਮ ਚੱਲਦਾ ਪਿਆ। ਪਾਣੀ ਦੀ ਆਵਾਜ਼ ਕੀ ਹੈ? ਪਰ ਮਹਾਰਾਜ ਕਹਿੰਦੇ ਜਦੋਂ ਮੈਂ ਇਹਦੇ ਲਾਗੇ ਬੈਠਦਾ ਨਾ ਤੇ ਮੈਨੂੰ ਪਾਣੀ ਦੀ ਆਵਾਜ਼ ਦਾ ਰੌਲਾ ਨਹੀਂ ਆਉਂਦਾ। ਮੈਨੂੰ ਇੰਝ ਲੱਗਦਾ ਜਿੱਦਾਂ ਇਹ ਤੂੰ ਕਰਦੀ ਪਈ ਹੈ। ਹਰਟ ਪੀ ਤੂੰ ਕਰੇ ਬੋਲੇ ਭਲੀ ਬਾਣ। ਤੇ ਭਲਾ ਜੇ ਕੋਈ ਸਾਡਾ ਸਭ ਤੋਂ ਪਿਆਰਾ ਬੰਦਾ ਹੋਵੇ, ਸਾਹਿਬ ਸਦਾ ਹਜ਼ੂਰ ਹੈ ਕਿਆ ਉੱਚੀ ਕਰੇ ਪੁਕਾਰ। ਆ ਪੰਕਤੀ ਵੇਖਿਓ। ਜੇ ਕੋਈ ਸਾਡੇ ਘਰ ਦਾ ਮੈਂਬਰ ਹੈ ਜਿਹਨੂੰ ਅਸੀਂ ਗੱਲ ਦੱਸਣੀ ਹੈ ਤੇ ਸਾਡੇ ਬਿਲਕੁਲ ਲਾਗੇ ਬੈਠਾ ਹੈ, ਤੇ ਗੱਲ ਵੀ ਕੋਈ ਇੱਦਾਂ ਦੀ ਹੈ ਵੀ ਇਹ ਨਹੀਂ ਵੀ ਲੋਕਾਂ ਦੀ ਗੱਲ ਦੱਸਣੀ ਹੈ, ਆਪਸੀ ਪਰਿਵਾਰ ਦੀ ਤੇ ਆਪਸੀ ਪਿਆਰ ਦੀ ਗੱਲ ਦੱਸਣੀ ਹੈ, ਫਿਰ ਅਸੀਂ ਕਦੀ ਉੱਚੀ ਬੋਲਾਂਗੇ? ਅਸੀਂ ਫਿਰ ਬੜੇ ਆਰਾਮ ਦੇ ਨਾਲ ਗੱਲ ਕਰਦੇ ਹਾਂ, ਬੜੇ ਪਿਆਰ ਦੇ ਨਾਲ ਗੱਲ ਕਰਦੇ ਹਾਂ ਵੀ ਇਸ ਗੱਲ ਨੂੰ ਸਿਰਫ ਸਾਡੇ ਦੋਵਾਂ ਤੱਕ ਹੀ ਰਹਿਣ ਦੇਵੋ, ਬਾਕੀ ਤੱਕ ਜਾਣ ਦੀ ਲੋੜ ਵੀ ਨਹੀਂ। ਮਹਾਰਾਜ ਕਹਿੰਦੇ ਇੱਕ ਤੇ ਮੈਨੂੰ ਇੰਝ ਲੱਗਦਾ ਵੀ ਜਿੱਦਾਂ ਉਹ ਤੂੰ ਕਰਦੀ ਪਈ ਹੈ, ਤੇ ਦੂਜਾ ਮੈਨੂੰ ਉੱਚੀ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਕਿਉਂ? ਕਿਉਂਕਿ ਮੈਨੂੰ ਲੱਗਦਾ ਵੀ ਜਿਹਦੇ ਨਾਲ ਮੈਂ ਗੱਲ ਕਰਦਾ ਪਿਆ ਨਾ ਮੇਰੇ ਇੰਨਾ ਨੇੜੇ ਆ ਵੀ ਬਸ ਉਹਨੂੰ ਉੱਚੀ ਬੋਲ ਕੇ ਸੁਣਾਉਣ ਦੀ ਲੋੜ ਹੀ ਨਹੀਂ। ਚੀਜ਼ਾਂ ਤੇ ਆਪਣੇ ਆਪ ਹੀ ਵਾਹਿਗੁਰੂ ਕਹਿ ਰਹੀਆਂ, ਮੈਂ ਤਾਂ ਬਸ ਜੁੜਦਾ ਪਿਆ ਹਾਂ, ਮੈਂ ਤਾਂ ਬਸ ਟਿਊਨ ਹੋ ਰਿਹਾ ਹਾਂ ਉਹਨਾਂ ਚੀਜ਼ਾਂ ਦੇ ਵਿੱਚ। ਟਿਊਨ ਹੋਣ ਦੀ ਗੱਲ ਹੈ ਨਾ। ਇਹ ਕਿੱਦਾਂ ਟਿਊਨ ਹੋਣਾ? ਇਹ ਟਿਊਨ ਤੇ ਤਾਂ ਹੋਇਆ ਜਾਵੇਗਾ ਨਾ ਵੀ ਜਿੱਥੇ ਅਸੀਂ ਪਹਿਲਾਂ ਰੁਕੇ ਸੀ ਉੱਥੋਂ ਹਟਾ ਕੇ ਆਪਣੇ ਆਪ ਨੂੰ ਨਵੀਂ ਥਾਂ 'ਤੇ ਲਾਉਣਾ। ਹੈ ਤੇ ਖੇਡ ਬੜੀ ਔਖੀ ਹੈ। ਇਹ ਕਿੱਡਾ ਸੌਖਾ ਨਾ ਕਹਿ ਦੇਣਾ ਵੀ ਜੀ ਆਪਣੇ ਆਪ ਨੂੰ ਟਿਊਨ ਕਰਨਾ। ਬੜਾ ਔਖਾ ਵਿਸ਼ਾ ਹੈ ਜ਼ਿੰਦਗੀ ਦੇ ਵਿੱਚ। ਉਹੀ ਵਿਸ਼ਾ ਪਿੱਛੇ ਚੱਲਦਾ ਆ ਰਿਹਾ। ਬਾਬਾ ਕਬੀਰ ਕਹਿੰਦੇ ਵੰਡਿਆ ਤੇ ਜਾ ਰਿਹਾ ਹੈ, ਮੈਂ ਵੀ ਤਾਂ ਥੱਲੇ ਹੱਥ ਕਰਾਂ। ਤੇ ਹੱਥ ਕਰਨ ਦਾ ਸਿਸਟਮ ਇੱਥੇ ਇਹ ਹੈ ਵੀ ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕੰਚਨ ਦਾ ਤਾਂ ਚਲੋ ਸੋਨਾ ਹੈ ਵੀ ਠੀਕ ਆ, ਸੋਨਾ ਨਹੀਂ ਦੇਣਾ। ਸੋਨੇ ਦਾ ਮਤਲਬ ਸਰੀਰ ਵੀ ਆ ਵੀ ਦਈ ਜਾਓ ਸਰੀਰ, ਤੇ ਕੀ ਮਿਲਦਾ ਪਿਆ? ਨਹੀਂ ਮਿਲਦਾ ਪਿਆ। ਲਾਈ ਜਾਓ ਸਰੀਰ। ਲੇਖਿਆਂ ਦੇ ਵਿੱਚ ਕੀ ਹੁੰਦਾ? ਕਿੰਨਿਆਂ ਦੇ ਲੱਗ ਜਾਂਦੇ ਨੇ। ਆਪਾਂ ਕੱਲ੍ਹ ਵੀ ਪੜ੍ਹਿਆ ਸੀ, ਇਲਮ ਕਿਤਾਬਾਂ ਪੜ੍ਹ ਥੱਕੇ ਸਜਦਿਆ ਕਰਦੇ ਕੱਸ ਗਏ ਮੱਥੇ। ਇਹ ਕੀ ਪ੍ਰੋਬਲਮ ਕੀ ਹੈ? ਜਿਹੜੇ ਕਿਤਾਬਾਂ ਪੜ੍ਹਦੇ ਨੇ 8-8 10-10 ਘੰਟੇ ਪੜ੍ਹਦੇ ਰਹਿੰਦੇ ਨੇ ਰੋਜ਼, ਫਿਰ ਮਹੀਨਾ ਪੜ੍ਹੇ, ਫਿਰ ਸਾਲ ਪੜ੍ਹੇ, ਸਾਲਾਂ ਦੇ ਸਾਲ ਪੜ੍ਹੇ। ਕੀ ਯਾਦ ਹੋਇਆ? ਬਹਿਸਾਂ ਯਾਦ ਹੋ ਗਈਆਂ ਬਸ, ਗਿਆਨ ਯਾਦ ਹੋ ਗਿਆ ਬਸ ਵੀ ਮੈਨੂੰ ਇੰਨੀਆਂ ਗੱਲਾਂ ਦਾ ਪਤਾ। ਕੋਈ ਨਹੀਂ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ। ਇੱਕ ਚੀਜ਼ ਉਹ ਹੈ ਜਿਹਨੇ ਸਕੂਨ ਦੇਣਾ ਹੈ ਜ਼ਿੰਦਗੀ ਦੇ ਵਿੱਚ। ਬਾਬਾ ਕਬੀਰ ਕਹਿੰਦੇ ਵੰਡਿਆ ਜਾ ਰਿਹਾ, ਤੂੰ ਕੋਸ਼ਿਸ਼ ਕਰ ਵੀ ਵਾਹਿਗੁਰੂ ਕਿੱਥੋਂ ਤੂੰ ਕਹਿਣਾ ਹੈ, ਤੂੰ ਕਿੱਦਾਂ ਸਿੱਖਣਾ ਹੈ, ਤੇਰੀ ਪ੍ਰੈਕਟਿਸ ਦੇ ਉੱਤੇ ਹੈ। ਅਤੇ ਮੈਂ ਗੱਲ ਕੀਤੀ ਸੀ ਬੱਚਿਆਂ ਨੂੰ ਆਦਤ ਪੈ ਜਾਵੇ ਅਤੇ ਬੱਚੇ ਸੌਖੇ ਸਿੱਖ ਲੈਂਦੇ ਜੇ। ਬਾਬਾ ਫਰੀਦ ਕਹਿੰਦੇ ਫਿਰ ਬੜਾ ਔਖਾ ਹੁੰਦਾ ਜੇ। ਫਿਰ ਮਨ ਇੰਨੀਆਂ ਥਾਵਾਂ 'ਤੇ ਖਿੰਡ ਜਾਂਦਾ ਵੀ ਉਹਨੂੰ ਇਕੱਠਾ ਕਰਨਾ ਬੜਾ ਔਖਾ ਹੋ ਜਾਂਦਾ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ। ਇਸ ਕਰਕੇ ਬਾਬਾ ਕਬੀਰ ਕਹਿ ਰਹੇ ਨੇ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਭਾਈ ਮਾਲਕ ਦਾ ਨਾਮ ਵੰਡਿਆ ਜਾ ਰਿਹਾ ਹੈ, ਤੂੰ ਕਿਹੜੇ ਪਾਸੇ ਤੁਰਿਆ ਫਿਰਦਾ? ਹੋਏ ਨਾ ਵੀ ਇੱਕ ਥਾਂ ਦੇ ਉੱਤੇ ਬੜੀ ਕੀਮਤੀ ਚੀਜ਼ ਵੰਡੀ ਜਾ ਰਹੀ ਸੀ, ਅਤੇ ਉਸੇ ਥਾਂ ਦੇ ਉੱਤੇ ਕੋਈ ਇੱਦਾਂ ਦਾ ਵੀ ਹੈਗਾ ਸੀ ਜਿਹੜਾ ਚੀਜ਼ ਵੱਲ ਤਾਂ ਨਹੀਂ ਹੋਇਆ, ਉੱਥੇ ਹੋਰ ਹੀ ਕੁਝ ਇਕੱਠਾ ਕਰਦਾ ਤੂੰ ਫਿਰਦਾ ਸੀ। ਇਹ ਇੱਦਾਂ ਦੀ ਹਾਲਤ ਹੈ। ਮਹਾਰਾਜ ਜੀ ਦੀ ਬਾਣੀ ਦਾ ਬੋਲ ਹੈ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਉਸੇ ਹੀ ਦਰਿਆ ਦੇ ਵਿੱਚ ਹੰਸ ਜਿਹੜਾ ਹੈ ਉਹ ਹੀਰੇ ਮੋਤੀ ਚੁਗਦਾ ਹੈ, ਅਤੇ ਉਸੇ ਦਰਿਆ ਦੇ ਵਿੱਚ ਡੱਡੂ ਕੀ ਕਰਦਾ ਹੈ? ਮਾਫ਼ ਕਰਨਾ, ਬਗਲਾ ਕੀ ਕਰਦਾ ਹੈ? ਉਹ ਡੱਡੂ ਲੱਭਦਾ ਫਿਰਦਾ ਵੀ ਬਸ ਇੱਕ ਅੱਧੀ ਡੱਡੀ ਮੂੰਹ ਦੇ ਵਿੱਚ ਪੈ ਜਾਏ ਅਤੇ ਆਪਾਂ ਆਪਣਾ ਕੰਮ ਕਰਕੇ ਚੱਲੀਏ, ਸਾਨੂੰ ਬਾਕੀਆਂ ਦੇ ਨਾਲ ਕੀ ਲੱਗੇ ਵੀ ਇੱਥੇ ਕੀ ਹੈ ਅਤੇ ਕੀ ਨਹੀਂ ਹੈ। ਉਹ ਇੱਦਾਂ ਤੁਸੀਂ ਵੇਖੋ ਸੰਗਤ ਦੇ ਵਿੱਚ ਬਾਕੀ ਵਾਹਿਗੁਰੂ ਦੇ ਨਾਮ ਵਾਲੇ ਨੇ,
ਉਹ ਕਈ ਆਪਣੇ ਮਤਲਬ ਲਈ ਬੈਠੇ ਹੋਏ ਨੇ ਵੀ ਸਾਡਾ ਕੰਮ ਸਰ ਜੇ, ਸਾਨੂੰ ਬਾਕੀਆਂ ਨਾਲ ਕੀ ਲੱਗੇ। ਇਹ ਹਰ ਇੱਕ ਪਾਸੇ ਦੀ ਪ੍ਰੋਬਲਮ ਹੈ। ਮਹਾਰਾਜ ਕਹਿੰਦੇ ਨੇ ਵੀ ਵੰਡਿਆ ਤੇ ਜਾ ਰਿਹਾ ਹੈ, ਤੁਸੀਂ ਹੱਥ ਵੀ ਤੇ ਥੱਲੇ ਕਰਨ ਦੀ ਕੋਸ਼ਿਸ਼ ਕਰੋ ਨਾ। ਬੜਾ ਸੌਖਾ ਹੈ। ਇੱਕ ਆਪ ਜੀ ਦੇ ਅੱਗੇ ਦੀ ਥੋੜ੍ਹੀ ਜਿਹੀ ਗੱਲ ਕਰ ਦੇਵਾਂ। ਇੱਕ ਤਾਂ ਉਹ ਹੁੰਦਾ ਵੀ ਸਾਨੂੰ ਪਹਿਲੇ ਦਿਨ ਬੈਠਣਾ ਵੀ ਬੜਾ ਔਖਾ ਲੱਗਦਾ ਵੀ ਹਾਏ ਬੜਾ ਔਖਾ ਲੱਗਦਾ। ਹੁਣ ਤੁਹਾਨੂੰ ਬਹਿਣ ਦੀ ਆਦਤ ਪੈ ਗਈ ਹੈ। ਫਿਰ ਇੱਕ ਅਗਲਾ ਪਾਸਾ ਆਉਂਦਾ ਹੈ, ਬੈਠਣ ਤੋਂ ਬਾਅਦ ਅਸੀਂ ਕੀ ਕਰਦੇ ਹੁੰਦੇ ਹਾਂ। ਇਹ ਬੜਾ ਔਖਾ ਵਿਸ਼ਾ ਜੀ। ਬੈਠਣਾ ਆ ਜਾਂਦਾ ਹੈ ਕਿਉਂਕਿ ਬੋਡੀ ਨੂੰ ਆਦਤ ਪੈ ਜਾਂਦੀ ਹੈ। 20 ਦਿਨਾਂ ਬਾਅਦ 30 ਦਿਨਾਂ ਬਾਅਦ ਆਦਤ ਆ ਜਾਂਦੀ, ਬੋਡੀ ਆਪਣੇ ਆਪ ਹੀ ਆ ਜਾਂਦੀ ਹੈ। ਤੁਹਾਨੂੰ ਕੁਦਰਤ ਵੀ ਜੋੜਦੀ ਹੈ ਵੀ ਭਾਈ ਤੇਰਾ ਟਾਈਮ ਹੋ ਗਿਆ, ਤੂੰ ਚੱਲ ਉੱਧਰ ਨੂੰ। ਤੁਸੀਂ ਆਪਣੇ ਟਾਈਮ ਦੇ ਉੱਤੇ ਆ ਜਾਂਦੇ ਜੇ। ਮੈਂ ਵੀ ਇਹੋ ਕੁਝ ਕਰਦਾ, ਸਾਰਿਆਂ ਦੇ ਨਾਲ ਵਾਪਰਦਾ। ਕੁਦਰਤ ਸਾਰਿਆਂ ਲਈ ਕੰਮ ਕਰਦੀ ਹੈ। 10-15 ਦਿਨਾਂ ਬਾਅਦ ਆਦਤ ਪੱਕ ਜਾਂਦੀ ਹੈ, ਕੋਈ ਔਖਾ ਨਹੀਂ ਹੁੰਦਾ। ਪਰ ਉਹਦੇ ਤੋਂ ਬਾਅਦ ਸਰੀਰ ਦੀ ਖੇਡ ਖਤਮ ਹੋ ਜਾਂਦੀ ਹੈ, ਮਨ ਦੀ ਸ਼ੁਰੂ ਹੋ ਜਾਂਦੀ ਹੈ। ਹੁਣ ਇੱਥੋਂ ਤੱਕ ਘਰ ਤੋਂ ਗੁਰਦੁਆਰੇ ਤੱਕ ਅਸੀਂ ਆਪਣਾ ਸਰੀਰ ਲੈ ਕੇ ਆਉਣਾ ਸੀ। ਮੈਂ ਵੀ ਸਰੀਰ ਲੈ ਕੇ ਆਇਆ ਹਾਂ। ਹੁਣ ਇੱਥੇ ਸਰੀਰ ਆ ਗਿਆ ਹੈ ਅਤੇ ਹੁਣ ਸਰੀਰ ਦੀ ਖੇਡ ਤਾਂ ਬੰਦ ਹੋ ਗਈ ਹੈ ਨਾ। ਹੁਣ ਸਰੀਰ ਦਾ ਸਫ਼ਰ ਤਾਂ ਖਤਮ ਹੈ ਇੱਥੋਂ ਤੱਕ। ਹੁਣ ਇੱਥੋਂ ਮਨ ਦਾ ਸਫ਼ਰ ਸ਼ੁਰੂ ਹੋ ਗਿਆ। ਹੁਣ ਚੱਲੇ ਹਾਂ 45 ਮਿੰਟ ਕੀਰਤਨ, ਅਤੇ ਫਿਰ ਵੇਖਿਓ ਹਾਂ ਵੀ 45 ਮਿੰਟ 'ਚ ਮਨ ਕਿੰਨੇ ਮਿੰਟ ਰਿਹਾ ਇੱਥੇ, ਮਨ ਕਿੱਥੇ ਚਲਾ ਗਿਆ। ਫਿਰ ਪਤਾ ਲੱਗਦਾ ਵੀ 45 ਮਿੰਟ ਬੈਠ ਕੇ ਕਿੰਨੇ ਮਿੰਟ ਬੈਠੇ ਸੀ। ਬਾਬਾ ਕਹਿੰਦੇ ਵੰਡਿਆ ਤੇ ਜਾ ਰਿਹਾ, ਹੱਥ ਵੀ ਤਾਂ ਥੱਲੇ ਕਰੋ ਨਾ ਉਹਦੇ, ਵੀ ਤੁਹਾਡੇ ਹੱਥ ਦੇ ਵਿੱਚ ਕੁਝ ਆਵੇ। ਅਤੇ ਜੇ ਤੁਸੀਂ ਉੱਦਾਂ ਹੀ ਘੁੰਮਦੇ ਰਹੇ, ਹੈ ਤਾਂ ਸਾਰੀਆਂ ਥਾਵਾਂ ਦੇ ਉੱਤੇ ਹੈ। ਅਤੇ ਮੈਂ ਤਾਂ ਵਾਰ-ਵਾਰ ਕਹਿਣਾ ਵੀ ਕਿਹੜੀ ਚੀਜ਼ ਵਾਹਿਗੁਰੂ ਨਹੀਂ ਕਹਿ ਰਹੀ, ਗੱਲ ਤਾਂ ਟਿਊਨ ਹੋਣ ਦੀ ਹੈ ਵੀ ਤੁਹਾਨੂੰ ਹਰ ਚੀਜ਼ ਹੀ ਵਾਹਿਗੁਰੂ ਕਹੇਗੀ, ਨਹੀਂ ਤਾਂ ਹਰ ਚੀਜ਼ ਹੀ ਤੁਹਾਡਾ ਸਿਰ ਦਰਦ ਹੈ। ਹਰ ਚੀਜ਼ ਹੀ ਸਿਰ ਪੀੜ ਕਰਦੀ ਹੈ ਅਤੇ ਹਰ ਚੀਜ਼ ਦੀ ਨਾਮ ਦੇ ਦਿੰਦੀ ਹੈ। ਹਰ ਚੀਜ਼ ਇੱਦਾਂ ਦੀ। ਮਹਾਰਾਜ ਕਹਿੰਦੇ ਫਿਰ ਪਾਛੈ ਪਛਤਾਹੋਗੇ ਜੋ ਪ੍ਰਾਣ ਜਾਹੇਂਗੇ ਛੂਟ। ਜਦੋਂ ਸਾਹ ਹੀ ਮੁੱਕ ਗਏ ਤਾਂ ਫਿਰ ਕੀ ਕਰ ਲੈਣਾ ਪਿੱਛੇ। ਔਰ ਇਸੇ ਕਰਕੇ ਗੁਰਮਤਿ ਕਹਿੰਦੀ ਹੈ ਬਾਅਦ ਦੇ ਵਿੱਚ ਕੀਤੇ ਹੋਏ ਪਾਠ ਕਿਸੇ ਕੰਮ ਨਹੀਂ ਦੇ ਆਉਂਦੇ, ਕਿਸੇ ਕੰਮ ਨਹੀਂ ਦੇ ਆਉਂਦੇ। ਉਹ ਸਾਡੇ ਲਈ ਨੇ ਸਾਰਾ ਕੁਝ। ਘੰਟਾ ਕੀਰਤਨ ਹੋ ਗਿਆ, 48 ਘੰਟੇ ਦਾ ਅਖੰਡ ਪਾਠ ਸਾਹਿਬ ਹੋ ਗਿਆ, ਕਿਸੇ ਹੋਰ ਲਈ ਨਹੀਂ ਨੇ, ਉਹ ਜਿਉਂਦਿਆਂ ਲਈ ਨੇ। ਜੋ ਜ਼ਿੰਦਗੀ 'ਚ ਕਰਕੇ ਗਿਆ ਹੈ ਨਾ, ਉਹਨੂੰ ਉਹੀ ਕੁਝ ਮਿਲੇਗਾ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਇਸ ਕਰਕੇ ਮਹਾਰਾਜ ਜੀ ਨੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇੱਕ ਗੱਲ ਬੋਲੀ ਸੀ। ਹਜ਼ੂਰ ਕਹਿੰਦੇ ਨੇ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਮੇਰੇ ਪਿੱਛੇ ਨਿਰਵਾਣ ਕੀਰਤਨ ਕਰਿਓ। ਨਿਰਵਾਣ ਕੀਰਤਨ ਦਾ ਮਤਲਬ ਹੁੰਦਾ ਹੈ ਵੀ ਮੇਰੇ ਲਈ ਕਿਤੇ ਸਵਰਗ ਨਾ ਮੰਗਦੇ ਰਹੋ ਰੱਬ ਦੇ ਕੋਲੋਂ, ਮੇਰੇ ਲਈ ਕਿਤੇ ਇਹ ਨਾ ਮੰਗਦੇ ਫਿਰਿਓ ਵੀ ਸੱਚੇ ਪਾਤਸ਼ਾਹ ਇੱਦਾਂ ਕਰ ਦੇਵੀਂ, ਸੱਚੇ ਪਾਤਸ਼ਾਹ ਇੱਦਾਂ ਕਰ ਦੇਵੀਂ। ਅਸੀਂ ਕਰਦੇ ਹਾਂ ਨਾ ਸਾਰਿਆਂ ਲਈ, ਇੱਕ ਦੂਜੇ ਲਈ ਕਰਦੇ ਹਾਂ ਵੀ ਉਹਨੂੰ ਇੱਦਾਂ ਕਰ ਦੇਵੇ, ਰੱਬ ਇੱਦਾਂ ਕਰ ਦੇਵੇ, ਚਰਨਾਂ 'ਚ ਨਿਵਾਸ ਦੇ ਦੇਵੇ, ਉਹ ਕਰ ਦੇਵੇ, ਸਵਰਗ ਚਲਾ ਜਾਵੇ। ਅਸੀਂ ਕਰਦੇ ਹਾਂ ਸਾਰੇ। ਮਹਾਰਾਜ ਕਹਿੰਦੇ ਮੇਰੇ ਲਈ ਕਹਿਣ ਦੀ ਲੋੜ ਨਹੀਂ ਹੈ। ਕਿਉਂ? ਮਹਾਰਾਜ ਕਹਿੰਦੇ ਸਾਨੂੰ ਪਤਾ ਵੀ ਅਸੀਂ ਜਿਉਂਦੇ ਜੀ ਉੱਥੇ ਪਹੁੰਚ ਗਏ। ਸਾਨੂੰ ਤਾਂ ਮਾਲਕ ਸਗੋਂ ਸਨਮਾਨ ਦੇ ਰਿਹਾ ਹੈ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੇ। ਸਾਨੂੰ ਤਾਂ ਮਾਲਕ ਵੱਲੋਂ ਸਨਮਾਨ ਮਿਲਦਾ ਪਿਆ ਹੈ, ਤੁਸੀਂ ਮੇਰੇ ਲਈ ਕੀ ਕਾਮਨਾ ਕਰ ਸਕਦੇ। ਔਰ ਅਸੀਂ ਕੌਣ ਨੇ ਵੀ ਗੁਰੂ ਲਈ ਅਰਦਾਸ ਕਰੀਏ ਵੀ ਮਹਾਰਾਜ ਗੁਰੂ ਨੂੰ ਜਿਹੜਾ ਹੈ ਤੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦੇਵੀਂ। ਗੁਰੂ ਤਾਂ ਪਹਿਲਾਂ ਟਿਕਿਆ ਹੋਇਆ ਮਾਲਕ ਦੇ ਚਰਨਾਂ ਦੇ ਵਿੱਚ। ਵਾਸ਼ਨਾ ਖਤਮ ਹੋ ਗਈ। ਜਦੋਂ ਸਾਡਾ ਸਿਸਟਮ ਇੱਥੋਂ ਖਤਮ ਹੋ ਗਿਆ ਨਾ, ਸਾਡੇ ਸਾਹਾਂ ਵਾਲਾ ਚੱਕਰ ਖਤਮ ਹੋ ਗਿਆ, ਫਿਰ ਸਾਡੇ ਲਈ ਕਿ ਪਿੱਛੇ ਕੁਝ ਨਹੀਂ ਹੈ। ਪਾਠ ਵੀ, ਲੰਗਰ ਵੀ, ਜੋ ਮਰਜ਼ੀ ਰਜਾਈਆਂ ਦੇ ਦਿਓ, ਤਲਾਈਆਂ ਦੇ ਦਿਓ, ਕੱਪੜੇ ਦੇ ਦਿਓ, ਸਾਲਾਂ ਬਾਅਦ ਖਵਾਉਂਦੇ ਰਹੋ, ਕੋਈ ਨਹੀਂ ਪਿੱਛੇ ਹੈ। ਇਹ ਤਾਂ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ ਰੋਟੀਆਂ ਖਾਣ ਵਾਲਿਆਂ ਨੇ। ਕਿਸੇ ਨੇ ਕੁਝ ਨਹੀਂ ਕੀਤਾ, ਕੁਝ ਨਹੀਂ ਪਹੁੰਚਦਾ। ਮਹਾਰਾਜ ਕਹਿੰਦੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਅਤੇ ਫਿਰ ਸਿਰਫ ਅਤੇ ਸਿਰਫ ਪਛਤਾਵਾ ਰਹਿ ਜਾਵੇ ਨਾ ਵੀ ਮੈਂ ਆਹ ਕੰਮ ਕਰ ਸਕਦਾ ਸੀ ਪਰ ਮੈਂ ਨਹੀਂ ਕੀਤਾ, ਫਿਰ ਸਭ ਤੋਂ ਜ਼ਿਆਦਾ ਦੁੱਖ ਆਉਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹੁਣ ਜ਼ਿੰਦਗੀ ਹੈ। ਜੇ ਹੁਣ ਜ਼ਿੰਦਗੀ ਹੈ ਨਾ ਤਾਂ ਇਹਨੂੰ ਸੰਭਾਲ ਲਓ। ਨਹੀਂ ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜੈਸੇ ਕਰ ਲਾਗੇ ਆਗ ਜਾਗ ਕੂਆਂ ਖੋਦਿਓ, ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਅਤੇ ਉੱਧਰੋਂ ਘਰ ਨੂੰ ਅੱਗ ਲੱਗ ਜਾਵੇ ਅਤੇ ਉੱਧਰੋਂ ਖੂਹ ਪੁੱਟ ਕੇ ਅਤੇ ਫਿਰ ਸੋਚੀਏ ਵੀ ਹੁਣ ਪਾਣੀ ਪਾਵਾਂਗੇ, ਫਿਰ ਨਹੀਂ ਗੱਲ ਬਣਦੀ ਹੁੰਦੀ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਿਥਾ ਉਦਮ ਜੈਤ ਪਦਵੀ ਨਾ ਪਾਈ ਹੈ। ਉੱਧਰੋਂ ਲੜਾਈ ਲੱਗ ਗਈ, ਤੇ ਉੱਧਰੋਂ ਕਹਿੰਦਾ ਵੀ ਮੈਂ ਹੁਣ ਗੱਤਕਾ ਸਿੱਖ ਕੇ ਆਉਣਾ ਤਾਂ ਫਿਰ ਮੈਂ 2-4 ਸੋਟੀਆਂ ਮਾਰਾਂਗਾ। ਉਦੋਂ ਕੌਣ ਜਾਂਦਾ? ਫਿਰ ਉਹ ਟਾਈਮ ਨਿਕਲ ਗਿਆ ਹੈ। ਉਹ ਹੁਣ ਤਾਂ ਮਿਹਨਤ ਕਰਨੀ ਵੀ ਵੇਸਟ ਹੋ ਜਾਵੇਗੀ, ਜਿੱਤਿਆ ਵੀ ਨਹੀਂ ਜਾਣਾ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਛੇ ਭੋਰ ਭਏ ਭਾਰ ਬੰਦ ਚਲੇ ਕਤ ਜਾਈਏ। ਉਹ ਕਹਿੰਦੇ ਵੇਖੋ ਕਿਤੇ ਜਿਹੜੇ ਪੁਰਾਣੇ ਲੋਕ ਹੁੰਦੇ ਸੀ ਨਾ, ਉਹ ਗਰੁੱਪਾਂ ਦੇ ਵਿੱਚ ਵਪਾਰ ਕਰਨ ਜਾਂਦੇ ਹੁੰਦੇ ਸੀ ਵੀ ਕਿਸੇ ਦੂਸਰੇ ਇਲਾਕੇ 'ਚ ਨਿਕਲਣਾ, ਕਿਤੇ ਚੋਰ ਹੀ ਨਾ ਲੁੱਟ ਲੈਣ।
ਤੇ ਕਿਸੇ ਨੂੰ ਸੁਸਤੀ ਪੈਂਦੀ ਹੁੰਦੀ ਸੀ, ਉਹਦੇ ਕੋਲ ਉੱਠਿਆ ਨਹੀਂ ਸੀ ਜਾਂਦਾ ਹੁੰਦਾ। ਸਾਰੇ ਸਾਥੀਆਂ ਨੇ ਕਹਿਣਾ ਵੀ ਸਵੇਰੇ 3-4 ਵਜੇ ਉੱਠਾਂਗੇ ਤੇ ਉਸ ਵਕਤੇ ਪੈਂਡਾ ਕਰ ਲਵਾਂਗੇ, ਧੁੱਪ ਚੜ੍ਹਨ ਤੋਂ ਪਹਿਲਾਂ ਕਿਤੇ ਥਾਂ 'ਤੇ ਟਿਕ ਕੇ ਤੇ ਫਿਰ ਰੈਸਟ ਕਰ ਲਵਾਂਗੇ। ਉਹ ਇੱਕ ਨੂੰ ਸੁਸਤੀ ਪਈ ਸੀ, ਉਹਨੂੰ ਜਾਗ ਹੀ ਨਹੀਂ ਆਈ, ਉਹ ਬਾਕੀ ਸਾਰਾ ਗਰੁੱਪ ਚਲਾ ਗਿਆ, ਉਹ ਇਕੱਲਾ ਹੀ ਉੱਥੇ ਪਿਆ ਰਹਿ ਗਿਆ। ਤੇ ਹੁਣ ਇਕੱਲਾ ਕਿੱਥੇ ਜਾਵੇ? ਹੁਣ ਪਤਾ ਵੀ ਜੇ ਇਕੱਲਾ ਗਿਆ ਤਾਂ ਰਾਹ ਵਾਲਿਆਂ ਨੇ ਲੁੱਟ ਲੈਣਾ। ਹੁਣ ਡੀਕਦਾ ਪਿਆ ਵੀ ਪਿਛਲੇ ਆਉਣਗੇ ਤੇ ਫਿਰ ਉਹਨਾਂ ਦੇ ਨਾਲ ਤੁਰਾਂਗਾ। ਮਹਾਰਾਜ ਕਹਿੰਦੇ ਉਦੋਂ ਕੀ ਕਰ ਲਵਾਂਗੇ? ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਛੇ ਭੌਰ ਪਏ ਭਾਰ ਬੰਦ, ਕਹੋ ਕਤ ਜਾਈਏ। ਤੈਸੇ ਮਾਇਆ ਅੰਧ ਵਿਖੇ ਆਵਦ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਕਹਿੰਦੇ ਬਸ ਸਾਰੀ ਜ਼ਿੰਦਗੀ ਤੇ ਫਿਰ ਮਾਇਆ ਨੂੰ ਸੋਚਿਆ ਹੈ, ਤੇ ਅੰਤ ਕਾਲ ਦੇ ਵਿੱਚ ਕਿੱਥੇ ਜਪਜੀ ਸਾਹਿਬ ਵੱਲ ਧਿਆਨ ਜਾਵੇਗਾ। ਫਿਰ ਤੇ ਬੰਦਾ ਇਹੋ ਕਹਿੰਦਾ ਹੁਣ ਤੇ ਗਾਂਹ ਜਾ ਕੇ ਅੰਮ੍ਰਿਤ ਛਕਾਂਗੇ, ਗਾਂਹ ਕਿਹੜੇ ਬਾਟੇ ਤਿਆਰ ਹੋਏ ਪਏ ਨੇ, ਇੱਥੇ ਛਕਣੇ ਪੈਣੇ ਨੇ। ਪਰ ਕੀ ਕਰੇ ਬੰਦਾ? ਹੁਣ ਤੇ ਗਾਂਹ ਜਾ ਕੇ ਕਰਾਂਗੇ। ਮਤਲਬ ਲੱਗਦਾ ਵੀ ਅਜੇ ਵੀ ਗਾਂਹ ਕੁਝ ਹੈ। ਦਾਤਾਰ ਕਹਿੰਦੇ ਕੁਝ ਨਹੀਂ ਹੈ, ਪਛਤਾਵਾ ਹੀ ਹੈ ਅੱਗੇ। ਬਸ ਅੱਗੇ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਤੁਸੀਂ ਵੇਖਦੇ ਹੀ ਜੇ ਨਾ, ਜਿਹੜੇ ਬੰਦਿਆਂ ਨੇ ਆਪਣੀ ਉਮਰ ਨੂੰ ਚੰਗੀ ਤਰ੍ਹਾਂ ਜੀ ਲਿਆ ਹੈ, ਉਹਨਾਂ ਨੂੰ ਪੁੱਛ ਕੇ ਵੇਖੋ ਤੇ ਫਿਰ ਪਤਾ ਕਿੱਥੋਂ ਸ਼ੁਰੂ ਹੋਣਗੇ। ਮੈਂ ਆਹ ਕੰਮ ਕਰ ਸਕਦਾ ਸੀ ਪਰ ਕੀਤਾ ਨਹੀਂ। ਇਹਦਾ ਮਤਲਬ ਕਿਤੇ ਨਾ ਕਿਤੇ ਤੇ ਮਲਾਲ ਹੈ ਮਨ ਦੇ ਵਿੱਚ ਵੀ ਆਹ ਕੰਮ ਮੈਨੂੰ ਕਰ ਲੈਣਾ ਚਾਹੀਦਾ ਸੀ ਪਰ ਕੀਤਾ ਨਹੀਂ। ਬਾਬਾ ਕਬੀਰ ਕਹਿੰਦੇ ਜਿੱਥੇ ਮਰਜ਼ੀ ਪਹੁੰਚ ਜਾਓ, ਤੁਹਾਨੂੰ ਪਛਤਾਵਾ ਰਹੇਗਾ ਹੀ ਰਹੇਗਾ ਵੀ ਆਹ ਕੰਮ ਕਿਉਂ ਨਹੀਂ ਕੀਤਾ ਮੈਂ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜੇ ਇੰਨਾ ਵੰਡਿਆ ਜਾ ਰਿਹਾ ਹੈ ਤੇ ਜਪਦੇ ਕਿਉਂ ਨਹੀਂ? ਹੈ ਤੇ 4 ਅੱਖਰ ਹੀ ਨੇ। ਬਾਬਾ ਰਵਿਦਾਸ ਤੇ ਇਹਨੂੰ 2 ਅੱਖਰ ਕਹਿੰਦੇ ਨੇ, ਬਾਬਾ ਕਬੀਰ ਵੀ 2 ਅੱਖਰ ਹੀ ਕਹਿੰਦੇ ਨੇ। ਕਹਿੰਦੇ ਹੈ ਤੇ 2 ਹੀ ਨੇ, ਪਰ 2 ਹੀ ਨਹੀਂ ਸਾਰੀ ਜ਼ਿੰਦਗੀ ਯਾਦ ਹੁੰਦੇ। ਬਾਕੀ ਸਾਰਾ ਕੁਝ ਯਾਦ ਹੈ, ਇਹ ਨਹੀਂ ਯਾਦ ਹੁੰਦਾ ਬਸ। ਔਰ ਬੜਾ ਔਖਾ ਵਿਸ਼ਾ ਹੈ। ਸੁੱਤਿਆਂ ਵੀ, ਤੁਰਦਿਆਂ ਵੀ, ਚਲਦਿਆਂ ਵੀ ਕਿੱਦਾਂ ਵਾਹਿਗੁਰੂ ਨਿਕਲਦਾ ਹੈ। ਬੜੇ ਰੱਬ ਦੇ ਪਿਆਰ ਵਾਲੇ ਬੰਦੇ ਨੇ। ਇਹ ਤਾਂ ਪ੍ਰੈਕਟਿਸ ਦੀ ਲੋੜ ਹੈ। ਆਪ ਜੀ ਪ੍ਰੈਕਟਿਸ ਕਰੋ ਤੇ ਗੱਲ ਬਣ ਜਾਵੇ, ਕੁਝ ਬਣ ਜਾਵੇ। ਮੈਂ ਇਹਦੇ ਬਾਰੇ ਕੀ ਦੱਸਾਂ ਵੀ ਇੱਦਾਂ ਹੋ ਜਾਂਦਾ ਤੇ ਇੱਦਾਂ ਹੋ ਜਾਂਦਾ। ਤੇ ਤੁਹਾਡਾ ਟੇਸਟ ਹੈ, ਤੁਸੀਂ ਖਾ ਕੇ ਵੇਖੋਗੇ, ਤੁਹਾਨੂੰ ਪਤਾ ਲੱਗ ਜਾਵੇਗਾ। ਇੱਕ ਕਿਸੇ ਦੇ ਦੱਸਣ ਦੇ ਨਾਲ ਕੀ ਹੋ ਰਿਹਾ ਇਹਦੇ ਬਾਰੇ। ਫਿਰ ਪਾਛੈ ਪਛਤਾਹੋਗੇ ਜੋ ਪ੍ਰਾਣ ਜਾਹੇਂਗੇ ਛੂਟ। ਫਿਰ ਪਿੱਛੇ ਪਛਤਾਇਆ ਵਾ ਹੀ ਰਹਿ ਜਾਵੇਗਾ ਵੀ ਭਾਈ ਇੰਨਾ ਕੁਝ ਕੀਤਾ ਤੇ ਬਣਿਆ ਕੁਝ ਵੀ ਨਹੀਂ ਜ਼ਿੰਦਗੀ ਦੇ ਵਿੱਚ। ਕਿਉਂਕਿ ਹਰ ਇੱਕ ਚੀਜ਼ ਹੱਥੋਂ ਨਿਕਲਦੀ ਹੈ। ਫਿਰ ਤਾਕਤ ਦਾ ਮਾਣ ਹੁੰਦਾ ਹੈ, ਤਾਕਤ ਨਿਕਲ ਜਾਂਦੀ ਹੈ। ਸਰੀਰ ਦਾ ਮਾਣ ਹੁੰਦਾ ਹੈ, ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਸਾਂ ਸਭੈ ਲਾਹ ਕੇ ਇੱਕੋ ਆਸ ਕਮਾਓ। ਸਾਰੀਆਂ ਚੀਜ਼ਾਂ ਨੂੰ ਪਹਿਲਾਂ ਹੀ ਧਿਆਨ ਦੇ ਵਿੱਚ ਰੱਖ ਕੇ ਵੀ ਇਹ ਚੀਜ਼ਾਂ ਮੇਰੇ ਤੋਂ ਦੂਰ ਹੋਣੀਆਂ ਨੇ। ਜਿਹੜੀ ਚੀਜ਼ ਨੇ ਮੇਰੇ ਤੋਂ ਦੂਰ ਨਹੀਂ ਹੋਣਾ, ਮੈਂ ਉਹਨੂੰ ਕਿੰਨਾ ਕੁ ਆਪਣੇ ਲਈ ਇਕੱਤਰ ਕਰਦਾ ਪਿਆ। ਪਰ ਬਾਬਾ ਕਬੀਰ ਨੇ ਅਗਲੀ ਗੱਲ ਕੀਤੀ ਹੈ ਵੀ ਮਹਾਰਾਜ ਜੀ ਇਹ ਤਾਂ ਮੈਨੂੰ ਇੰਝ ਲੱਗਦਾ ਹੁੰਦਾ ਵੀ ਇੱਦਾਂ ਕਿਤੇ ਬਾਬਾ ਕਬੀਰ ਸਾਹਿਬ ਨਾ ਸੰਗਤ ਕਰਦੇ ਹੋਣਗੇ ਤੇ ਵਿੱਚ ਸਾਡੇ ਵਰਗੇ ਨਾਲ ਹੀ ਸਵਾਲ ਕਰ ਦਿੰਦੇ ਹੋਣੇ ਵੀ ਬਾਬਾ ਜੀ ਤੁਸੀਂ ਤਾਂ ਕਹਿ ਦਿੰਦੇ ਵੀ ਵਾਹਿਗੁਰੂ ਵਾਹਿਗੁਰੂ ਕਹੋ, ਤੁਸੀਂ ਤਾਂ ਕਹਿੰਦੇ ਜੇ ਵੀ ਨਾਮ ਜਪੋ। ਤੇ ਪਰ ਇਹ ਤਾਂ ਬੜਾ ਔਖਾ ਜਿਹਾ ਵਿਸ਼ਾ ਲੱਗਦਾ ਵੀ ਬੜਾ ਔਖਾ ਲੱਗਦਾ, ਮਨ ਤੇ ਫਿਰ ਉੱਧਰ ਲੈ ਜਾਂਦਾ। ਫਿਰ ਬਾਬਾ ਕਬੀਰ ਕਹਿੰਦੇ ਨੇ ਵੀ ਭਾਈ ਅਸਲ ਦੇ ਵਿੱਚ ਜਿਹੜੇ ਨਾਮ ਜਪਦੇ ਨੇ ਨਾ ਉਹ ਸੂਰਮੇ ਨੇ। ਬਾਹਰ ਦੀ ਲੜਾਈ ਤੇ ਅਸੀਂ ਕਿਰਪਾਨਾਂ ਨਾਲ ਲੜ ਲਈ ਹੈ। ਆ ਜਿਹੜੀ ਅੰਦਰ ਦੀ ਖੇਡ ਹੈ ਨਾ, ਇਹ ਬੜੀ ਤਗੜਾਈ ਵਾਲਾ ਕੰਮ ਹੈ। ਮਹਾਰਾਜ ਕਹਿੰਦੇ ਨੇ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਕਿਹੜਾ ਐਡਾ ਤਾਕਤਵਰ ਹੈ ਜਿਹਨੇ ਕ੍ਰੋਧ ਨੂੰ ਜਿੱਤ ਲਿਆ ਹੈ? ਕਿਹੜਾ ਐਡਾ ਤਾਕਤਵਰ ਹੈ ਜਿਹਨੇ ਮੋਹ ਨੂੰ ਜਿੱਤ ਲਿਆ ਹੈ? ਕਿਉਂਕਿ ਤੇ ਦਿਸਦੇ ਵੀ ਨਹੀਂ ਨੇ। ਬਾਹਰ ਤੇ ਦਿਸਦਾ ਪਿਆ ਨਾ ਬੰਦਾ ਲੜ ਲਿਆ ਜਾਂ ਪਿੱਛੇ ਹੋ ਲਿਆ। ਮਹਾਰਾਜ ਕਹਿੰਦੇ ਤੇ ਦਿਸਦੇ ਵੀ ਨਹੀਂ, ਗੁਪਤ ਵਾਰ ਕਰਦੇ ਨੇ। ਜਦੋਂ ਵੀ ਕਰਦੇ ਨੇ ਉਹ ਸੈਕਿੰਡ ਨਹੀਂ ਲੱਗਦੇ ਵਾਰ ਕਰਦਿਆਂ। ਗੁੱਸਾ ਆਉਂਦਾ ਕਿੰਨਾ ਕੁ ਟਾਈਮ ਲੱਗਦਾ? ਅਸੀਂ ਪਹਿਲਾਂ ਤਿਆਰ ਹੁੰਦੇ ਹਾਂ ਵੀ ਖਲੋ ਜਾ, ਮੈਨੂੰ ਗੁੱਸਾ ਆਉਣ ਲੱਗਾ, ਮੈਂ ਤਿਆਰ ਹੋ ਲਾਂ। ਸਾਨੂੰ ਸਮਝ ਨਹੀਂ ਲੱਗਦੀ। ਫਿਰ ਪਤਾ ਲੱਗਦਾ ਵੀ ਉਹ ਕਿਤੇ ਹਾਈਪਰ ਹੋ ਕੇ ਤੇ ਫਿਰ ਮੈਂ ਮੁੜਿਆ। ਕਿੰਨਾ ਕੁ ਟਾਈਮ ਲੱਗਾ? ਔਰ ਪੂਰੀ ਸੈਨਾ ਦੇ ਨਾਲ ਆਉਂਦੇ ਨੇ। ਮਹਾਰਾਜ ਇਸ ਕਰਕੇ ਕਹਿੰਦੇ ਨੇ ਵੀ ਜਿਨ੍ਹਾਂ ਨੇ ਇਹ ਜਿੱਤ ਲਏ ਨੇ ਨਾ ਉਹ ਸੂਰਮੇ ਨੇ। ਬਾਣੀ ਪੜ੍ਹਨ ਵਾਲੇ ਸੂਰਮੇ ਨੇ। ਗੁਰੂ ਸਾਹਿਬ ਨੂੰ ਪੜ੍ਹ ਲਈਏ ਜਪਜੀ ਸਾਹਿਬ ਦੇ ਵਿੱਚ ਤੇ ਮਹਾਰਾਜ ਕੀ ਕਹਿੰਦੇ ਨੇ? ਸੱਚਖੰਡ ਦੀ ਅਵਸਥਾ ਦੇ ਵਿੱਚ ਕੌਣ ਵਿਚਰਦੇ ਨੇ? ਤਿੱਥੈ ਜੋਧ ਮਹਾਬਲ ਸੂਰ। ਬੜੇ ਬੜੇ ਬਲ ਵਾਲੇ ਬੰਦੇ ਨੇ ਉਹ। ਇੰਨੇ ਬਲ ਵਾਲੇ ਤੇ ਹੁੰਦੇ ਨੇ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ, ਕਿਉਂਕਿ ਜਿਨ੍ਹਾਂ ਨੇ ਜਿੱਤਿਆ ਹੋਵੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੀ ਇਹ ਬੜੇ ਬਹਾਦਰ ਨੇ, ਬੜੇ ਸੂਰਮੇ ਨੇ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਦਿਲ ਤੋਂ ਬਹਾਦਰ ਨੇ। ਔਰ ਏਡੀ ਬਹਾਦਰੀ ਵਾਲੇ ਬੰਦੇ ਹੁੰਦੇ ਨੇ, ਉਹਨਾਂ ਦੀਆਂ ਅੱਖਾਂ 'ਚ ਤਾਕਤ, ਉਹਨਾਂ ਦੇ ਬੋਲਾਂ 'ਚ ਤਾਕਤ, ਔਰ ਇਹਨੂੰ ਨੇੜੇ ਵੀ ਨਹੀਂ ਆਉਣ ਦਿੱਤਾ। ਏਡੇ ਸੂਰਮੇ ਨੇ। ਹਜ਼ੂਰ ਕਹਿੰਦੇ ਨੇ ਵਾਤ ਵੱਜਣ ਟਮਕ ਭੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ, ਨਿਹਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਿੱਦਾਂ ਬਾਹਰ ਦਾ ਕੋਈ ਸੂਰਮਾ ਹੋਵੇ ਤੇ 5-7 ਜਾਣਿਆਂ ਨਾਲ ਲੜ ਲੈਂਦਾ ਹੋਵੇ ਨਾ, ਮਹਾਰਾਜ ਕਹਿੰਦੇ ਇੱਦਾਂ ਮੈਂ ਆਪਣੇ ਸਰੀਰ ਦੇ ਅੰਦਰੋਂ 5 ਵਿਕਾਰਾਂ ਦੇ ਨਾਲ ਲੜਿਆ ਹਾਂ। ਇਹਨੂੰ ਸਮਝ ਲਈਏ। ਹਜ਼ੂਰ ਕਹਿੰਦੇ ਨੇ ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਇਹ ਤਾਂ ਬੜਾ ਸੌਖਾ ਜਿਹਾ ਹੈ ਨਾ ਵੀ ਭਾਈ ਵਾਹਿਗੁਰੂ ਵਾਹਿਗੁਰੂ ਕਹਿ ਲੈਣਾ ਚਾਹੀਦਾ ਹੈ। ਕਿੰਨੀ ਵਾਰ ਸੁਣਿਆ, ਕਿੰਨੀ ਵਾਰ ਮੈਂ ਬੋਲ ਦਿੱਤਾ। ਬੜਾ ਸੌਖਾ ਜਿਹਾ ਵਿਸ਼ਾ ਵੀ ਵਾਹਿਗੁਰੂ ਵਾਹਿਗੁਰੂ ਕਹੀ ਜਾਓ। ਤੇ ਕੀ ਔਖਾ ਹੈ? ਵੇਖਣ ਨੂੰ ਲੱਗਦਾ ਵੀ ਲੈ ਇਹ ਔਖਾ ਕੀ ਹੈ?
ਪਰ ਮਸਕੀਨ ਸਾਹਿਬ ਇੱਕ ਗੱਲ ਨੂੰ ਕਹਿੰਦੇ ਹੁੰਦੇ ਵੀ ਧਾਰਮਿਕ ਜਿਹੜਾ ਭੋਜਨ ਹੈ ਨਾ, ਉਹ ਤਿਆਰ ਕਰਨਾ ਔਖਾ ਨਹੀਂ ਹੈ, ਉਹਨੂੰ ਖਾਣਾ ਬੜਾ ਔਖਾ ਹੈ। ਬਾਹਰ ਦੀ ਰੋਟੀ ਖਾਣੀ ਔਖੀ ਨਹੀਂ ਹੈ, ਬਣਾਉਣੀ ਥੋੜ੍ਹੀ ਜਿਹੀ ਔਖੀ ਹੈ। ਬਣਿਆ ਬਣਾਇਆ ਮਿਲ ਜਾਵੇ ਸਾਰੇ ਖਾ ਲੈਂਦੇ ਆ ਨਾ, ਪਰ ਜੇ ਬਣਾਉਣਾ ਪੈ ਜਾਵੇ ਤਾਂ ਟਾਈਮ ਲੱਗਦਾ। ਧਾਰਮਿਕ ਭੋਜਨ ਬਣਿਆ ਪਿਆ ਹੈ, ਵਾਹਿਗੁਰੂ ਭੋਜਨ ਤਿਆਰ ਹੈ, ਪਰ ਇਹਨੂੰ ਖਾਣਾ ਜਿਹੜਾ ਹੈ, ਜਿੰਨੀ ਵਾਰ ਵਾਹਿਗੁਰੂ ਕਹੋਗੇ ਉਨੀ ਵਾਰ ਹੀ ਖਾਣਾ, ਅਤੇ ਖਾਣਾ ਕਿੰਨਾ ਔਖਾ ਹੈ, ਔਰ ਪਚਾਉਣਾ ਉਦੋਂ ਤੋਂ ਵੀ ਔਖਾ। ਇਸ ਕਰਕੇ ਧਾਰਮਿਕ ਭੋਜਨ ਨੂੰ ਤਿਆਰ ਕਰਨਾ ਔਖਾ ਨਹੀਂ ਹੈ। ਭੋਜਨ ਤੇ ਤਿਆਰ ਹੀ ਪਿਆ ਹੋਇਆ ਹੈ, ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਆਰ ਹੀ ਪਿਆ ਹੈ। ਗੱਲ ਤੇ ਖਾਣ ਦੀ ਹੈ ਵੀ ਖਾਣ ਵਾਲੇ ਦੀ ਹਿੰਮਤ ਕਿੰਨੀ ਕੁ ਹੈ ਵੀ ਉਹਨੂੰ ਖਾ ਸਕਦਾ ਕਿ ਨਹੀਂ ਖਾ ਸਕਦਾ। ਮਹਾਰਾਜ ਇਸ ਕਰਕੇ ਕਹਿੰਦੇ ਨੇ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਆਪਣੇ ਘਰ ਅੱਗ ਲਾਉਣ ਦਾ ਮਤਲਬ ਇਹ ਨਹੀਂ ਵੀ ਘਰ ਨੂੰ ਸਾੜ ਦੇਵੇ। ਆਪਣੇ ਘਰ ਲਾਵੇ ਆਗ ਦਾ ਮਤਲਬ ਇਹ ਹੈ ਦਿਲ ਨੂੰ, ਆਪਣੇ ਸਰੀਰ ਦੇ ਮੋਹ ਨੂੰ ਸਾੜ ਦੇਵੇ। ਹੁਣ ਮੈਂ ਕਹਾਂ ਜੀ ਵੀ ਵੰਡਣਾ ਚਾਹੀਦਾ ਹੈ, ਤੇ ਦਿਲ ਪਤਾ ਕੀ ਕਵੇ, ਤੂੰ ਪਹਿਲਾਂ ਖਾ, ਤੈਨੂੰ ਬਾਕੀਆਂ ਨਾਲ ਕੀ ਲੱਗੇ। ਹੁਣ ਜੇ ਇਹ ਦੋ ਚੀਜ਼ਾਂ ਵਿਰੋਧੀ ਨੇ, ਗੁਰੂ ਕਹਿ ਰਿਹਾ ਹੈ ਵੰਡ ਕੇ ਛਕੋ, ਤੇ ਮੈਂ ਕਹਿੰਦਾ ਹਾਂ ਵੀ ਨਹੀਂ, ਮੈਂ ਰੱਜਣਾ ਚਾਹੀਦਾ ਹਾਂ, ਮੈਨੂੰ ਬਾਕੀਆਂ ਨਾਲ ਕੀ ਲੱਗੇ। ਇਹ ਦੋਵੇਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ। ਹੁਣ ਜੇ ਮੈਂ ਗੁਰੂ ਦੀ ਗੱਲ ਦੇ ਉੱਤੇ ਤੁਰਨਾ ਹੈ, ਤਾਂ ਫਿਰ ਮੈਨੂੰ ਆਪਣੀ ਗੱਲ ਮਾਰਨੀ ਪਵੇਗੀ, ਆਪਣੀ ਗੱਲ ਦੇ ਉੱਤੇ ਕੰਟਰੋਲ ਲੈ ਕੇ ਆਉਣਾ ਪਵੇਗਾ। ਪਰ ਸਾਰੇ ਨਹੀਂ ਕਰ ਸਕਦੇ ਇੱਦਾਂ, ਛੱਡ ਕੇ ਚਲੇ ਜਾਂਦੇ ਨੇ ਨਾ ਵੀ ਨਹੀਂ ਸਾਡੇ ਕੋਲੋਂ ਨਹੀਂ ਹੁੰਦਾ। ਤੁਸੀਂ ਦੇਖਦੇ ਹੀ ਜੇ, ਚੰਗੇ ਭਲੇ ਅੰਮ੍ਰਿਤ ਛਕੇ ਹੁੰਦੇ ਨੇ, ਫਿਰ ਛੱਡ ਜਾਂਦੇ ਨੇ। ਕਿਉਂ ਛੱਡ ਜਾਂਦੇ ਨੇ? ਨਿਭਦੇ ਨਹੀਂ ਨੇ, ਔਰ ਅਸਲ ਦੇ ਵਿੱਚ ਨਿਭਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾਂਦੀ। ਮਹਾਰਾਜ ਬਖਸ਼ ਲਵੇ ਇਹਨਾਂ ਗੱਲਾਂ ਤੋਂ। ਇਹ ਮੇਰੀ ਕੋਈ ਦਾਤ ਨਹੀਂ ਹੈ, ਇਹ ਰੱਬ ਦੀ ਦਾਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਸੀ, ਪਤਾ ਨਹੀਂ ਕਿੰਨਾ ਚਿਰ ਆਪਣੇ ਕੋਲ ਰੱਖਦਾ ਹੈ। ਉਹਨੇ ਚੁਣ ਲਿਆ ਵੀ ਤੂੰ ਅਨੰਦਪੁਰ ਮੇਰੇ ਕੋਲ ਪਹੁੰਚ ਜਾ। ਜਿੱਦਣ ਉਹਨੂੰ ਲੱਗਾ ਵੀ ਤੂੰ ਅਨੰਦਪੁਰ 'ਚ ਰਹਿਣ ਜੋਗਾ ਨਹੀਂ, ਉਹਨੇ ਬਾਹਰ ਕਰ ਦੇਣਾ ਵੀ ਤੂੰ ਚੱਲ ਬਾਹਰ, ਤੂੰ ਇੱਥੇ ਰਹਿਣ ਜੋਗਾ ਨਹੀਂ ਹੈ। ਇਹ ਤੇ ਪਦਵੀ ਹੈ ਵੀ ਕਿੰਨਾ ਚਿਰ ਰਹਿ ਸਕਦੇ ਹਾਂ, ਨਹੀਂ ਰਹਿ ਸਕਦੇ, ਤੂੰ ਪਰੇ ਕਰ ਦਿੱਤਾ ਵੀ ਚਲੋ ਪਰੇ। ਕੀ ਫਰਕ ਪੈਂਦਾ ਇਹਨਾਂ ਗੱਲਾਂ ਦੇ ਨਾਲ? ਉਹਨੂੰ ਕੀ ਹੈ? ਉਹਨੂੰ ਗਿਣਤੀਆਂ ਚਾਹੀਦੀਆਂ ਨੇ। ਉਹ ਤਾਂ ਬੜਾ ਸੌਖਾ ਹੈ। ਜਿੱਦਣ ਉਹਦੇ ਕੋਲ 45 ਹੁੰਦੇ ਨੇ ਚਮਕੌਰ ਸਾਹਿਬ ਦੇ ਅੰਦਰ, ਉਹ ਉਦਣ ਵੀ ਗੁਰੂ ਗੋਬਿੰਦ ਸਿੰਘ ਹੁੰਦਾ। ਜਿੱਦਣ ਹਜ਼ਾਰਾਂ ਜਾਣੇ ਹੁੰਦੇ ਨੇ ਉਹਦੇ ਕੋਲ ਅਨੰਦਪੁਰ ਸਾਹਿਬ ਦੇ ਅੰਦਰ, ਉਹ ਉਦਣ ਵੀ ਗੁਰੂ ਗੋਬਿੰਦ ਸਿੰਘ ਹੀ ਹੁੰਦਾ। ਅਤੇ ਜਿੱਦਣ ਦਮਦਮਾ ਸਾਹਿਬ ਦੇ ਵਿੱਚ ਉਹਦੇ ਕੋਲ ਸਾਰੇ ਸੁੱਖ ਹੁੰਦੇ ਨੇ, ਉਹ ਉਦਣ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹੁੰਦਾ। ਕੀ ਫਰਕ ਪੈਂਦਾ ਉਹਨੂੰ ਗਿਣਤੀਆਂ ਦੇ ਨਾਲ? ਮੇਰੇ ਕੋਲ ਪਦਵੀ ਰਹੀ ਕਿ ਨਹੀਂ? ਬਾਬਾ ਕਬੀਰ ਕਹਿੰਦੇ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਕਰ ਲਾਵੇ ਆਗ। ਭਾਈ ਆਪਣੇ ਮਨ ਨੂੰ ਰੋਕਣਾ, ਖਾਹਿਸ਼ਾਂ ਦੇ ਉੱਤੇ ਕੰਟਰੋਲ ਕਰਨਾ, ਔਰ ਰੋਕ ਕੇ ਬੰਦਗੀ ਵਾਲੇ ਪਾਸੇ ਆਉਣਾ, ਇਹ ਬੜਾ ਸੂਰਮਿਆਂ ਦਾ ਕੰਮ ਹੈ। ਐਸਾ ਕੋਈ ਨਾ ਜਨਮਿਓ। ਹਾਰੀ ਸਾਰੀ ਨਹੀਂ ਇਹ ਕੰਮ ਕਰ ਸਕਦਾ। ਇਹਦਾ ਮਤਲਬ ਇਹ ਨਹੀਂ ਵੀ ਕੋਈ ਵੀ ਨਹੀਂ, ਪਰ ਮੈਜੋਰਿਟੀ ਇੱਦਾਂ ਨਹੀਂ ਕਰ ਸਕਦੀ, ਸਾਰੇ ਨਹੀਂ ਇੱਦਾਂ ਕਰ ਸਕਦੇ। ਦਾਤਾਰ ਕਹਿੰਦੇ, ਪੰਚੋ ਲੜਕਾ ਜਾਰ ਕੇ ਰਹਿ ਰਾਮ ਲਿਵ ਲਾਗ। ਹੁਣ ਮਤਲਬ ਕੀ ਹੈ ਵੀ ਪੰਜ ਜਿਹੜੇ ਅੰਦਰ ਦੇ ਵਿਕਾਰ ਨੇ, ਉਹਨਾਂ ਨੂੰ ਸਾੜ ਕੇ, ਮੁੱਖ ਤੌਰ ਦੇ ਉੱਤੇ ਕਾਮ, ਲਸਟ, ਹਰ ਚੀਜ਼ ਦੇ ਬਾਰੇ ਸੋਚਣਾ, ਹਰ ਚੀਜ਼ ਦੇ ਬਾਰੇ ਦਿਮਾਗ 'ਤੇ ਹੀ ਘੁੰਮਦਾ ਰਹਿਣਾ। ਕ੍ਰੋਧ, ਪਤਾ ਨਹੀਂ ਲੱਗਾ ਕਿਹੜੇ ਵੇਲੇ ਗੁੱਸਾ ਆ ਗਿਆ। ਲੋਭ, ਲਾਲਚੀ ਹੋਣ ਦਾ ਸੁਭਾਅ। ਮੋਹ, ਹਰ ਇੱਕ ਚੀਜ਼ ਨੂੰ ਆ ਮੇਰੀ ਹੋ ਜਾਵੇ। ਹੰਕਾਰ, ਜਿੰਨਾ ਕੁਝ ਮੇਰਾ ਹੈ ਕਿਸੇ ਦੇ ਕੋਲ ਹੈ, ਬਸ ਇਹਨਾਂ ਚੀਜ਼ਾਂ ਦੇ ਦੁਆਲੇ ਜ਼ਿੰਦਗੀ ਘੁੰਮ ਜਾਂਦੀ ਹੈ। ਬਾਬਾ ਰਵਿਦਾਸ ਕਹਿੰਦੇ ਨੇ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੂਟੇ। ਵੀ ਇੱਦਾਂ ਦੀ ਗੱਲ ਹੈ ਨਾ ਵੀ ਦੋ ਚੁੰਬਕ ਹੋਣ ਤੇ ਅਸਲ ਦੇ ਵਿੱਚ ਦੋਵੇਂ ਇੱਕ ਦੂਜੇ ਨਾਲ ਜੁੜ ਜਾਂਦੀਆਂ ਨੇ, ਪਰ ਜੇ ਦੋਵਾਂ ਦੇ ਵਿੱਚ ਕੱਪੜਾ ਰੱਖ ਦਿਓ ਫਿਰ ਕਿੱਥੇ ਜੁੜਦੀ ਹੈ? ਮਰਦ ਕਹਿੰਦੇ ਅਸਲ ਦੇ ਵਿੱਚ ਇੱਦਾਂ ਹੈ ਵੀ ਸੁਣਿਆ ਤੇ ਤੈਨੂੰ ਹੈ ਵੀ ਤੈਨੂੰ ਕਹਿਣਾ ਬੜਾ ਸੌਖਾ, ਸੁਣਿਆ ਤੇ ਹੈ ਵੀ ਲੈ ਵਾਹਿਗੁਰੂ ਕਹਿਣਾ ਕਿੱਡਾ ਔਖਾ ਕੰਮ ਹੈ, ਕਹਿ ਦਿੱਤਾ ਹੈ। ਪਰ ਕਹਿੰਦੇ ਜਦੋਂ ਵਿੱਚ ਕੱਪੜਾ ਆ ਜਾਂਦਾ ਨਾ, ਪਰਦਾ ਆ ਜਾਂਦਾ ਹੈ, ਫਿਰ ਤੇਰੇ ਬਾਰੇ ਕੁਝ ਬੋਲਿਆ ਵੀ ਨਹੀਂ ਜਾਂਦਾ, ਤੇਰੇ ਬਾਰੇ ਕੁਝ ਸੁਣਿਆ ਵੀ ਨਹੀਂ ਜਾਂਦਾ। ਔਰ ਕੱਪੜੇ ਕਾਹਦੇ ਆਉਂਦੇ ਨੇ, ਪਰਦੇ ਕਾਹਦੇ ਆਉਂਦੇ ਨੇ? ਕਾਮ ਦਾ ਪਰਦਾ ਆ ਗਿਆ, ਕ੍ਰੋਧ ਦਾ ਪਰਦਾ ਆ ਗਿਆ, ਮਾਇਆ ਦਾ ਪਰਦਾ ਆ ਗਿਆ, ਲਾਲਚ ਦਾ ਪਰਦਾ ਆ ਗਿਆ, ਈਰਖਾ ਦਾ ਪਰਦਾ ਆ ਗਿਆ। ਇੰਨੇ ਪਰਦੇ ਆ ਗਏ ਨੇ। ਆ 6-7 ਪਰਦੇ ਤੁਹਾਡੇ ਵਿੱਚ ਤੇ ਮੇਰੇ ਵਿੱਚ ਆ ਜਾਣ, ਅਸੀਂ ਇੱਕ ਦੂਜੇ ਨੂੰ ਨਹੀਂ ਵੇਖ ਸਕਦੇ, ਭਾਵੇਂ ਜਿੰਨੇ ਮਰਜ਼ੀ ਨੇੜੇ ਬੈਠੇ ਹਾਂ। ਆ ਦੀਵਾਰ ਦੇ ਨੇੜੇ ਹੀ ਹੈ ਨਾ, ਪਰਲੇ ਪਾਸੇ ਕੀ ਚੱਲਦਾ ਪਿਆ, ਕੀ ਨਜ਼ਰ ਆ ਰਿਹਾ, ਕਿੰਨੀ ਕੁ ਦੂਰ ਹੈ? ਕਿਤੇ 10 ਫੁੱਟ ਦੀ ਦੂਰੀ ਨਹੀਂ ਹੈ। ਤੇ ਜਿਹੜਾ ਹੈ ਬਿਲਕੁਲ ਅੰਦਰ ਬੈਠਾ ਹੈ, ਮਹਾਰਾਜ ਕਹਿੰਦੇ ਏਡੇ ਏਡੇ ਵੱਡੇ ਪਰਦੇ ਤਿਆਰ ਕੀਤੇ ਨੇ, ਕਿੱਥੇ ਤੇਰੇ ਵਾਲੇ ਪਾਸੇ ਤੁਰ ਪਾਵਾਂਗੇ? ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋਂ ਮਿਲ ਲੂਟੇ। ਦਾਤਾਰ ਕਹਿੰਦੇ ਕੋਈ ਸੂਰਮਾ ਹੀ ਹੈ ਜਿਹੜਾ ਇਹਨਾਂ ਪੰਜਾਂ 'ਤੇ ਕੰਟਰੋਲ ਕਰ ਲੈਂਦਾ। ਕੰਟਰੋਲ ਕਰਨਾ ਹੋਰ ਚੀਜ਼ ਹੈ, ਖਤਮ ਕਰ ਦੇਣੀ ਹੋਰ ਖੇਡ ਹੈ। ਖਤਮ ਨਹੀਂ ਕਰਨ ਦੀ ਗੱਲ ਗੁਰਮਤਿ ਕਰਦੀ।
ਪਰ ਕੰਟਰੋਲ ਕਰਨਾ। ਭਾਈ ਆਪਣੀਆਂ ਖਾਹਿਸ਼ਾਂ ਨੂੰ ਰੋਕ ਕੇ, ਵਾਸ਼ਨਾਵਾਂ ਨੂੰ ਰੋਕ ਕੇ ਇਸ ਪਾਸੇ ਜਾਣਾ। ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੈ ਆਗ, ਕੋ ਪਾਂਚੋ ਲੜਕਾ ਜਾਰ ਕੈ ਰਹਿ ਰਾਮ ਲਿਵ ਲਾਗ। ਤੇ ਫਿਰ ਅਗਲੇ ਬਚਨ ਨੇ ਕੋ ਹੈ ਲੜਕਾ ਵੇਚਈ। ਇਹਦਾ ਮਤਲਬ ਇਹ ਅਸਲ ਦੇ ਵਿੱਚ ਨੇ ਆਪਣੇ ਅੰਦਰ ਦੀ ਗੱਲ ਕੀਤੀ ਜਾ ਰਹੀ ਹੈ। ਸਾਡੇ 5 ਲੜਕੇ, ਲੜਕਾ ਹੁੰਦਾ ਹੈ ਜਿਹੜਾ ਉਹ ਹੁੰਦਾ ਹੈ ਪੁਲਿੰਗ। ਇਸ ਕਰਕੇ ਉਹਨੂੰ ਕਿਹਾ ਜਾਂਦਾ ਹੈ ਭਾਈ ਕਿ 5 ਜਿਹੜੇ ਸਾਡੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕੋਈ ਵਿਰਲਾ ਹੈ ਜਿਹੜਾ ਇਨ 5 ਵਿਕਾਰਾਂ ਨੂੰ ਦੇ ਦਿੰਦਾ ਹੈ, ਛੱਡ ਦਿੰਦਾ ਹੈ ਆਪਣੇ ਹੱਥੋਂ। ਲੜਕੀ ਵੇਚੈ ਕੋਏ, ਇਹਦਾ ਮਤਲਬ ਇਹ ਹੈ ਵੀ 2 ਚੀਜ਼ਾਂ ਸਾਡੇ ਸਰੀਰ ਦੇ ਅੰਦਰ ਨੇ, ਇੱਕ ਹੈ ਆਸਾ ਤੇ ਇੱਕ ਹੈ ਤ੍ਰਿਸ਼ਨਾ। ਇਹ ਇਸਤਰੀ ਲਿੰਗ ਆਉਂਦੀਆਂ ਨੇ, ਇਸ ਕਰਕੇ ਇਹਨਾਂ ਨੂੰ ਲੜਕੀਆਂ ਇੱਥੇ ਕਿਹਾ ਗਿਆ ਹੈ। ਸਾਰਾ ਕੁਝ ਇਕੱਲੇ ਇਕੱਲੇ ਦੇ ਸਰੀਰ ਦੀ ਖੇਡ ਹੈ, ਪਰਿਵਾਰ ਦੀ ਖੇਡ ਨਹੀਂ ਹੈ, ਇਹ ਇੰਡੀਵਿਜੂਅਲ ਖੇਡ ਹੈ। 5 ਸਾਡੇ ਅੰਦਰ ਲੜਕੇ, 5 ਵਿਕਾਰ, 2 ਲੜਕੀਆਂ, ਸਾਡੀ ਆਸਾ ਤੇ ਸਾਡੀ ਤ੍ਰਿਸ਼ਨਾ। ਆਸ ਏਡੀ ਵੱਡੀ ਕਰ ਦਿੱਤੀ, ਤ੍ਰਿਸ਼ਨਾ ਵੱਡੀ ਹੋ ਗਈ। ਮਰਦ ਕਹਿੰਦੇ ਨੇ ਕੋ ਹੈ, ਕੋਈ ਹੈ, ਲੜਕਾ ਵੇਚਈ, ਕੋਈ ਹੈ ਜਿਹੜਾ ਇਹਨਾਂ 5 ਵਿਕਾਰਾਂ ਨੂੰ ਦੇ ਦਿੰਦਾ ਹੈ। ਲੜਕੀ ਵੇਚੈ ਕੋਏ, ਤੇ ਉਹ ਆਸਾ ਤੇ ਤ੍ਰਿਸ਼ਨਾ ਨੂੰ ਵੀ ਛੱਡ ਦਿੰਦਾ ਹੈ। ਤੇ ਮਰਦ ਕਹਿੰਦੇ ਸਾਂਝਾ ਕਰੇ ਕਬੀਰ ਸਿਉ ਹਰ ਸਗ ਬਨਜ ਕਰੇ, ਉਹ ਬੰਦਾ ਸਾਡੇ ਨਾਲ ਆ ਕੇ ਤੇ ਸਾਂਝ ਪਾ ਸਕਦਾ ਹੈ। ਮਤਲਬ ਬਾਬਾ ਕਬੀਰ ਦੇ ਮਿੱਤਰ ਕੌਣ ਬਣ ਗਏ? ਦਾਤਾਰ ਕਹਿੰਦੇ ਜਿੰਨੇ 5 ਦੇ ਉੱਤੇ ਆਪਣਾ ਕੰਟਰੋਲ ਕਰ ਲਿਆ ਨਾ, ਉਹ ਸਾਡੇ ਨਾਲ ਆ ਕੇ ਸਾਂਝ ਪਾ ਸਕਦਾ ਹੈ। ਉਹਦੀ ਸਾਡੇ ਨਾਲ ਸਾਂਝ ਹੈ, ਉਹ ਹੁਣ ਵੀ ਸਾਂਝ ਪੈ ਸਕਦੀ ਹੈ। ਫਿਰ ਇਸ ਕਰਕੇ ਬਾਬਾ ਕਬੀਰ ਕਹਿੰਦੇ ਕਹੋ ਕਹਿਤ ਕਬੀਰ ਪੰਚ ਜੋ ਚੂਰੇ, ਚੂਰੇ ਤਿੰਨ ਤੇ ਨਾਹੇ ਪਰਮ ਪਦ ਦੂਰੇ। ਜਿਹਨੇ 5 ਦੇ ਵਿੱਚ 5 ਨੂੰ ਵਸ ਦੇ ਵਿੱਚ ਕਰ ਲਿਆ ਨਾ, ਉਹਨਾਂ ਤੋਂ ਪਰਮ ਪਦ ਦੂਰ ਨਹੀਂ ਹੈ। ਪਰ ਕਿੱਥੇ ਵਸ ਦੇ ਵਿੱਚ ਆਉਂਦਾ? ਕਾਮ ਹਟਦਾ ਤੇ ਕ੍ਰੋਧ ਸਤਾਉਣ ਲੱਗ ਪੈਂਦਾ, ਕ੍ਰੋਧ ਹਟਦਾ ਤੇ ਹੰਕਾਰ ਸਤਾਉਣ ਲੱਗ ਪੈਂਦਾ। ਗੱਲ ਤੇ 5 ਦੇ ਬਰਾਬਰੀ ਦੇ ਉੱਤੇ ਆਉਣ ਹੈ ਨਾ। ਮਰਦ ਕਹਿੰਦੇ ਨੇ ਸਾਂਝਾ ਕਰੇ ਕਬੀਰ ਸਿਉ, ਇਹੋ ਜਿਹਾ ਬੰਦਾ ਕਬੀਰ ਕਹਿੰਦੇ ਨੇ ਸਾਡੇ ਨਾਲ ਸਾਂਝ ਪਾ ਸਕਦਾ ਹੈ। ਤੇ ਫਿਰ ਅਸੀਂ ਦੋਵੇਂ ਮਿਲ ਕੇ ਤੇ ਮਾਲਕ ਦੇ ਨਾਮ ਦਾ ਵਪਾਰ ਕਰਾਂਗੇ। ਉਹਦੀ ਕੋਈ ਕੰਡੀਸ਼ਨ ਹੈ, ਜਿਹਨੇ ਮੇਰੇ ਨਾਲ ਆ ਕੇ ਬੈਠਣਾ ਹੈ, ਜਿਹਨੇ ਸਾਡੇ ਨਾਲ ਜੁੜਨਾ ਹੈ ਨਾ, ਉਹਦੀ ਕੁਝ ਸ਼ਰਤ ਹੈ ਵੀ ਉਹ ਪਹਿਲਾਂ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਵੇ, ਪਹਿਲਾਂ ਸੰਜਮ ਦੇ ਵਿੱਚ ਲੈ ਕੇ ਆਵੇ, ਜਾਬਤੇ ਵਿੱਚ ਲੈ ਕੇ ਆਵੇ, ਫਿਰ ਮੇਰੇ ਨਾਲ ਬੈਠੇ ਤੇ ਫਿਰ ਆਪਾਂ ਦੋਵੇਂ ਮਿਲ ਕੇ ਤੇ ਮਾਲਕ ਦੇ ਨਾਮ ਦੀ ਵਿਚਾਰ ਵੱਲ ਤੁਰਾਂਗੇ। ਹਰ ਸੰਗ ਬਨਜ ਕਰੇ, ਫਿਰ ਸਾਡੇ ਨਾਲ ਤੁਰੇ ਤੇ ਰੱਬ ਦੇ ਵਪਾਰ ਵੱਲ ਤੁਰੀਏ। ਤੇ ਨਾਲ ਫਿਰ ਕਿਸੇ ਨੇ ਵੀ ਸਵਾਲ ਕਰ ਦਿੱਤਾ ਵੀ ਬਾਬਾ ਜੀ ਇੰਨਾ ਕੁਝ ਜ਼ਿੰਦਗੀ 'ਚ ਖਾਧਾ, ਇੰਨਾ ਕੁਝ ਅਸੀਂ ਸਵਾਦ ਲਿਆ, ਤੇ ਇਹਦਾ ਕੋਈ ਵੀ ਮੁੱਲ ਨਹੀਂ ਪਿਆ ਜ਼ਿੰਦਗੀ 'ਚ। ਵੀ ਇੰਨੇ ਟੇਸਟ ਅਸੀਂ ਤੇ ਛੱਡਿਆ ਨਹੀਂ ਕੋਈ ਥਾਂ ਵੀ ਅੱਜ ਉੱਥੋਂ ਟੇਸਟ ਕਰ ਲਈਏ, ਅੱਜ ਉੱਥੋਂ ਚੀਜ਼ ਖਾ ਲਈਏ, ਤੇ ਅਸੀਂ ਮਤਲਬ ਇਹਦਾ ਕੋਈ ਮੁੱਲ ਹੀ ਨਹੀਂ ਪਿਆ। ਬਾਬਾ ਕਬੀਰ ਕਹਿੰਦੇ ਚਲੋ ਦੱਸਦੇ ਹਾਂ ਵੀ ਤੁਹਾਨੂੰ ਇਹਦਾ ਕਿੰਨਾ ਕੁ ਮੁੱਲ ਪਿਆ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਬਾਬਾ ਕਬੀਰ ਕਹਿੰਦੇ ਇਹ ਚੇਤਾਵਨੀ ਜੇ, ਵਾਰਨਿੰਗ ਹੈ, ਮੇਰੇ ਲਈ ਵੀ ਉਨੀ ਹੀ ਹੈ। ਮਤ ਸਹਿਸਾ ਰਹਿ ਜਾਏ, ਮਤਾਂ ਕਿਤੇ ਤੁਹਾਡੇ ਮਨ ਦੇ ਵਿੱਚ ਇਸ ਗੱਲ ਦਾ ਵਹਿਮ ਰਹਿ ਜਾਵੇ ਵੀ ਤੁਸੀਂ ਬੜੇ ਟੇਸਟ ਕਰ ਲਏ ਨੇ ਤੇ ਬੜੀਆਂ ਚੀਜ਼ਾਂ ਖਾ ਲਈਆਂ ਨੇ ਤੇ ਤੁਸੀਂ ਜ਼ਿੰਦਗੀ ਸਫਲ ਕਰ ਚੁੱਕੇ ਜੇ, ਵੀ ਇਹਨਾਂ ਦਾ ਬੜਾ ਮੁੱਲ ਹੈ ਕਿਤੇ, ਵੀ ਜੋ ਕੁਝ ਖਾਧਾ ਇਹ ਬੜੇ ਕਮਾਲ ਦਾ ਜੀਵਨ ਹੋ ਗਿਆ ਹੈ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਮਤਾਂ ਕਿਤੇ ਕੋਈ ਸੰਸ਼ੈ ਰਹਿ ਜਾਵੇ। ਕਹਿੰਦੇ ਇੱਕ ਗੱਲ ਨੂੰ ਸੁਣ ਲਿਓ, ਪਾਛੈ ਭੋਗ ਜੋ ਭੋਗਵੇ। ਪਾਛੈ ਦਾ ਮਤਲਬ ਪਾਸਟ ਦੇ ਵਿੱਚ ਜਿੰਨਾ ਵੀ ਕੁਝ ਖਾਧਾ ਪੀਤਾ ਹੈ ਨਾ, ਜਿੰਨਾ ਵੀ ਕੁਝ ਜੋ ਵੀ ਅਸੀਂ ਮੌਜਾਂ ਮਾਣ ਲਈਆਂ ਨੇ ਆਪਣੇ ਵੱਲੋਂ ਵੀ ਅਸੀਂ ਬੜਾ ਕੁਝ ਕਰ ਲਿਆ, ਤਿੰਨ ਕੋ ਗੁੜ ਲੈ ਖਾਹੇ। ਕਹਿੰਦੇ ਉਹਨਾਂ ਦਾ ਮੁੱਲ ਪਤਾ ਕਿੰਨਾ ਕੁ ਹੈ? ਸਮਝ ਲਓ ਵੀ ਜਿੱਦਾਂ ਧਾਰਮਿਕ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਮੁੱਲ ਇੰਨਾ ਕੁ ਹੈ, ਜਿਹੜੇ ਵੱਡੇ ਹੋਣਗੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਵੇਗੀ। ਜਦੋਂ ਅਸੀਂ ਦੁਕਾਨਾਂ ਤੋਂ ਪਹਿਲਾਂ ਸੌਦਾ ਲੈਂਦੇ ਹੁੰਦੇ ਸੀ ਤੇ ਦੁਕਾਨ ਵਾਲੇ ਨੂੰ ਅਸੀਂ ਕਹਿਣਾ ਵੀ ਇੰਨੇ ਦਾ ਤੇ ਸੌਦਾ ਸਾਨੂੰ ਦੇ ਦਿੱਤਾ ਹੈ, ਤੇ ਹੁਣ ਉਹਨੇ ਦੁਕਾਨ ਛੱਡਣ ਤੋਂ ਪਹਿਲਾਂ ਅਸੀਂ ਕਹਿਣਾ ਵੀ ਸਾਡੇ ਉੱਧਰ ਸ਼ਬਦ ਵਰਤਿਆ ਜਾਂਦਾ ਵੀ ਝੁੰਗਾ। ਉਹ ਸ਼ਬਦ ਦੇਣ ਉਹਨੇ ਥੋੜ੍ਹਾ ਜਿਹਾ ਕੁਝ ਮਿੱਠਾ ਆਪਣੇ ਕੋਲ ਰੱਖਿਆ ਹੁੰਦਾ ਸੀ, ਉਹ ਪੈਸੇ ਨਹੀਂ ਸੀ ਲੈਂਦਾ ਉਸ ਚੀਜ਼ ਦੇ, ਵੀ ਚਲੋ ਬੱਚੇ ਸੌਦਾ ਲੈਣ ਆਏ ਨੇ ਤੇ ਸੌਦੇ ਦੇ ਤੇ ਪੈਸੇ ਲੈ ਲਏ ਉਹਨੇ, ਸੌਦਾ ਹੱਥ ਦੇ ਵਿੱਚ ਫੜਾਤਾ ਤੇ ਬੱਚਿਆਂ ਨੇ ਅੱਗੇ ਹੱਥ ਕਰ ਦੇਣਾ ਵੀ ਲਿਆ ਹੁਣ ਇਹਦੇ ਬਦਲੇ ਥੋੜ੍ਹਾ ਜਿਹਾ ਕੁਝ ਸਾਨੂੰ ਵੀ। ਤੇ ਦੁਕਾਨ ਵਾਲੇ ਨੇ ਵੀ ਮਾਣ ਰੱਖਣ ਦੇ ਲਈ ਉਹ ਚੀਜ਼ਾਂ ਕੁਝ ਬੱਚੇ ਦੇ ਹੱਥ ਦੇ ਉੱਤੇ ਰੱਖ ਦੇਣੀਆਂ, ਕੋਈ ਟੌਫੀ ਰੱਖ ਦੇਣੀ, ਕੋਈ ਨਮਕੀਨ ਰੱਖ ਦੇਣਾ, ਇੱਦਾਂ ਦਾ। ਇਹ ਵੱਡੇ ਆ ਅਸੀਂ ਸਾਰਿਆਂ ਨੇ ਇਹ ਜੀਵਿਆ ਹੋਵੇਗਾ ਜ਼ਿੰਦਗੀ ਦੇ ਵਿੱਚ। ਅੱਜ ਕੱਲ੍ਹ ਉਹ ਚੀਜ਼ ਖਤਮ ਹੋ ਗਈ। ਹੁਣ ਤੁਸੀਂ ਕਦੀ ਵੇਖਿਆ ਹੋਵੇ ਵੀ ਉਹਦੀ ਕੀਮਤ ਕੀ ਸੀ? ਕੁਝ ਵੀ ਨਹੀਂ, ਉਹ ਤਾਂ ਫਰੀ 'ਚ ਮਿਲਦਾ ਹੁੰਦਾ ਸੀ ਨਾ ਸਾਰਿਆਂ ਨੂੰ। ਸੌਦੇ ਦੇ ਤੇ ਪੈਸੇ ਲੈ ਲਏ, ਸੌਦਾ ਪੈਸਿਆਂ ਦਾ ਮਿਲਿਆ ਪਰ ਉਹ ਚੀਜ਼ ਫਰੀ ਦੇ ਵਿੱਚ ਮਿਲੀ। ਕੀ ਮੁੱਲ ਹੈ ਉਹਦਾ? ਕੁਝ ਵੀ ਨਹੀਂ। ਬਾਬਾ ਕਬੀਰ ਕਹਿੰਦੇ ਜਿੰਨੇ ਕੁ ਸਵਾਦ ਕਰ ਲਏ ਨੇ ਨਾ, ਟੇਸਟ ਲੈ ਰਹੇ ਨੇ ਜ਼ਿੰਦਗੀ ਦੇ ਵਿੱਚ, ਉਹਨਾਂ ਦੀ ਕੀਮਤ ਪਤਾ ਕਿੰਨੀ ਹੈ?
ਜਿੰਨੀ ਕੀਮਤ ਦਾ ਉਹ ਦੁਕਾਨਦਾਰ ਜਿਹੜਾ ਨਾ, ਉਹ ਸੌਦਾ ਲੈਣ ਤੋਂ ਬਾਅਦ ਉਹ ਝੁੰਗਾ ਚ ਫੜਾ ਦਿੰਦਾ ਹੁੰਦਾ ਸੀ। ਉਹਦੀ ਕੀ ਕੀਮਤ ਸੀ? ਕੁਝ ਵੀ ਨਹੀਂ। ਤਾਂ ਕਹਿੰਦੇ ਜੋ ਕੁਝ ਖਾਧਾ ਇਹਦੀ ਕੁਝ ਵੀ ਕੀਮਤ ਨਹੀਂ ਹੈ, ਸਵਾਈ ਕੀਤਾ ਹੈ ਖਾ ਕੇ, ਹੋਰ ਕੀ ਕੀਤਾ ਹੈ। ਇਹ ਸੁਣਨਾ ਥੋੜ੍ਹਾ ਜਿਹਾ ਟਫ ਹੈ, ਔਖਾ ਹੈ, ਪਰ ਬਾਬਾ ਕਬੀਰ ਕਹਿੰਦੇ ਸਾਡੇ ਨਾਲ ਫਿਰ ਮਿੱਤਰਤਾ ਵੀ ਤਾਂ ਉਹੀ ਕਰ ਸਕਦਾ ਜਿਹਨੇ ਇਹਨਾਂ ਚੀਜ਼ਾਂ 'ਤੇ ਕੰਟਰੋਲ ਕੀਤੇ ਹੋਏ। ਇਸ ਕਰਕੇ ਬਾਬੇ ਕਬੀਰ ਦੀਆਂ ਗੱਲਾਂ ਨੂੰ ਅਸੀਂ ਸੁਣਦੇ ਪਏ ਹਾਂ ਅਤੇ ਕਿਤੇ ਕਿਤੇ ਤੇ ਦਿਲ ਤਗੜਾ ਵੀ ਕਰਨਾ ਪੈਂਦਾ ਹੈ। ਮੈਂ ਕਹਿ ਦੇਵਾਂ, ਇੱਕ ਹੁੰਦੀਆਂ ਨੇ ਚੋਪੜੀਆਂ ਗੱਲਾਂ ਵੀ ਵਾਹਿਗੁਰੂ ਵਾਹਿਗੁਰੂ ਕਹੋ ਅਤੇ ਜ਼ਿੰਦਗੀ ਬਣ ਜਾਵੇਗੀ। ਬਾਬਾ ਕਬੀਰ ਕਹਿੰਦੇ ਇੱਦਾਂ ਇਕੱਲੇ ਕਿਆ ਨਹੀਂ ਗੱਲ ਬਣਦੀ ਹੁੰਦੀ, ਬੜਾ ਕੁਝ ਨਾਲ ਛੱਡਣਾ ਵੀ ਪੈਂਦਾ, ਨਾਲ ਪਰਹੇਜ਼ ਵੀ ਰੱਖਣਾ ਪੈਂਦਾ। ਡਾਕਟਰ ਦਵਾਈ ਦੇਈ ਜਾਵੇ ਅਤੇ ਬੰਦਾ ਪਰਹੇਜ਼ ਵੀ ਨਾ ਕਰੇ, ਫਿਰ ਇੱਦਾਂ ਗੱਲ ਨਹੀਂ ਬਣਦੀ ਹੁੰਦੀ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਇੱਦਾਂ ਨਹੀਂ ਗੱਲ ਬਣਦੀ। ਇਸ ਕਰਕੇ ਮਹਾਰਾਜ ਨੇ ਇੱਕ ਗੱਲ ਪੱਕੀ ਸਾਡੇ ਸਾਹਮਣੇ ਰੱਖ ਦਿੱਤੀ ਇਹਨਾਂ ਸਲੋਕਾਂ ਦੇ ਵਿੱਚ ਵੀ ਭਾਈ ਨਾਮ ਜਪੋ, ਜਿੰਨਾ ਜਪਿਆ ਜਾਂਦਾ ਓਨਾ ਹੀ ਥੋੜ੍ਹਾ ਹੈ, ਪਰ ਆਪਣੀ ਬਾਕੀ ਆਦਤਾਂ ਵੱਲ ਵੀ ਤਾਂ ਧਿਆਨ ਦਿਓ। ਸੁਭਾਅ ਵੀ ਤਾਂ ਬਦਲਣ ਦੀ ਕੋਸ਼ਿਸ਼ ਕਰੋ। ਜੇ ਸੁਭਾਅ ਉਹੋ ਜਿਹਾ ਹੀ ਰਹਿ ਗਿਆ ਅਤੇ ਨਾਮ ਜਪਿਆ ਵੀ ਐਨਰਜੀ ਜਿਹੜੀ ਹੈ ਨਾ ਉਹ ਗਲਤ ਪਾਸੇ ਹੀ ਲੱਗ ਜਾਂਦੀ ਹੈ। ਮਹਾਰਾਜ ਬਖਸ਼ ਲਵੇ। ਆਪ ਜੀ ਦੇ ਚਰਨਾਂ ਦੇ ਵਿੱਚ ਇਹ 4 ਸਲੋਕ ਅੱਜ ਵਿਚਾਰੇ ਨੇ। ਦਾਤਾਰ ਕਿਰਪਾ ਕਰਨ, ਅੱਗੇ ਵੀ ਅਸੀਂ ਇਹਨਾਂ ਸਲੋਕਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।